ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਜੀ। ਮੈਂ ਹਾਂ ਅਵਨੀਤ ਸਿੰਘ ਤੇਜਾ ਤੇ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਇੱਕ ਖਾਸ ਮਹਿਮਾਨ ਦੇ ਨਾਲ ਅਸੀਂ ਮੁਲਾਕਾਤ ਕਰਨੀ ਹੈ। ਮੁਲਾਕਾਤ ਸਿਰਫ ਇਸ ਕਰਕੇ ਨਹੀਂ ਕਿ ਇਸ ਵਕਤ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਤੇ ਉਹ ਕਿਸੇ ਚੋਣ ਪ੍ਰਚਾਰ ਵਾਸਤੇ ਆਏ ਨੇ, ਬਲਕਿ ਜਾਣਨ ਦੀ ਜ਼ਰੂਰਤ ਇਹ ਵੀ ਹੈ ਕਿ ਭਾਰਤ ਭਰ ਦੇ ਵਿੱਚ ਸਿਆਸਤ ਕਿੱਧਰ ਨੂੰ ਜਾ ਰਹੀ ਹੈ, ਸਿਆਸੀ ਪਾਰਟੀਆਂ ਦਾ ਜਿਹੜਾ ਆਧਾਰ ਉਹ ਕਿੱਧਰ ਨੂੰ ਜਾ ਰਿਹਾ ਤੇ ਉਹਨਾਂ ਦਾ ਭਵਿੱਖ ਕੀ ਹੋਵੇਗਾ, ਭਵਿੱਖ ਦੀਆਂ ਨੀਤੀਆਂ ਕੀ ਹੋਣਗੀਆਂ। ਮੇਰੇ ਨਾਲ ਬਿਹਾਰ ਦੇ ਸੁਪੋਲ ਤੋਂ 2 ਵਾਰ ਮੈਂਬਰ ਪਾਰਲੀਮੈਂਟ ਰਹੇ ਰਣਜੀਤ ਰੰਜਨ ਮੌਜੂਦ ਨੇ। ਪਹਿਲਾਂ ਸਵਾਗਤ ਕਰਦੇ ਹਾਂ ਰਣਜੀਤ ਜੀ, ਸਵਾਗਤ ਤੁਹਾਡਾ। ਥੈਂਕ ਯੂ ਜੀ, ਬੁਲਾਉਣ ਵਾਸਤੇ ਤੁਹਾਡਾ ਥੈਂਕ ਯੂ। ਰਣਜੀਤ ਜੀ, ਸਭ ਤੋਂ ਪਹਿਲਾਂ ਤੇ ਇਸ ਕਰਕੇ ਸ਼ੁਰੂਆਤ ਕਰਦੇ ਹਾਂ ਕਿਉਂਕਿ ਤੁਸੀਂ ਅੱਜ ਪੰਜਾਬ ਦੇ ਵਿੱਚ ਹੋ, ਪੰਜਾਬ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਤੇ ਤੁਹਾਨੂੰ ਕਾਂਗਰਸ ਵੱਲੋਂ ਆਪਣਾ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ, ਜਿਸ ਕਰਕੇ ਤੁਸੀਂ ਇੱਥੇ ਹੋ। ਹੁਣ ਜਦੋਂ ਤੁਸੀਂ ਪੰਜਾਬ ਪਹੁੰਚੇ, ਪੰਜਾਬ ਦੇ ਸਭ ਤੋਂ ਪਹਿਲਾਂ ਤੁਹਾਨੂੰ ਹਾਲਾਤ ਕੀ ਲੱਗ ਰਿਹਾ ਅੱਜ ਦੀ ਡੇਟ ਵਿੱਚ, ਜਿਸ ਤਰ੍ਹਾਂ ਤਿਕੋਣਾ ਮੁਕਾਬਲਾ ਬਣਿਆ ਹੋਇਆ ਪੂਰੇ ਪੰਜਾਬ ਦੇ ਵਿੱਚ? देखो, पंजाब कांग्रेस ने काफ़ी अच्छा काम किया। थोड़ा जा मैं कहूँगी कि बिल्कुल ब्लाइंडली नहीं बोलांगी, अनफॉर्चुनेट है कि थोड़ी आपस दी लड़ाई जो साडी पार्टी दी सी ਉਹ ਠੀਕ ਨਹੀਂ ਲੱਗ ਰਿਹਾ ਲੋਕਾਂ ਨੂੰ। ਲੋਕ ਅੱਜ ਵੀ ਵਿਸ਼ਵਾਸ ਕਰਦੇ ਨੇ ਕਾਂਗਰਸ ਤੇ ਮੈਂ ਤਾਂ ਵੀ ਕਹਾਂਗੀ ਕਿ ਉਹਨਾਂ ਨਹੀਂ, ਲੇਕਿਨ ਆਪਾਂ ਗਵਰਨਮੈਂਟ ਬਣਾ ਰਹੇ ਹਾਂ ਤੇ ਗਵਰਨਮੈਂਟ ਅੱਛੇ ਤਰੀਕੇ ਨਾਲ ਬਣਾ ਲਾਂਗੇ। ਇਹ ਤੁਹਾਡਾ ਦਾਅਵਾ ਹੈ ਕਿ ਤੁਸੀਂ ਸਰਕਾਰ ਬਣਾ ਰਹੇ ਹੋ, ਮੈਜੋਰਿਟੀ ਵਿੱਚ ਆ ਰਹੇ ਹੋ, ਉਹ ਜਦੋਂ ਚੋਣ ਨਤੀਜੇ ਆਉਣਗੇ ਉਦੋਂ ਦੇਖਾਂਗੇ। ਪਰ ਮੌਜੂਦਾ ਸਮੇਂ ਵਿੱਚ ਜਿਸ ਤਰ੍ਹਾਂ ਤੁਸੀਂ ਆਖਿਆ, ਜਦੋਂ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਜਾਣ ਤੋਂ ਬਾਅਦ ਜੋ ਸਿਆਸਤ ਹੋਈ, ਜਿਵੇਂ ਵੱਖ-ਵੱਖ ਸੀਨੀਅਰ ਲੀਡਰ ਜਿਹੜਾ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਦੇ ਰਹੇ, ਉਹਦਾ ਖਮਿਆਜ਼ਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਭੁਗਤਣਾ ਪੈ ਰਿਹਾ। ਜਦੋਂ ਲੀਡਰ ਜਨਤਾ ਦੇ ਵਿੱਚ ਜਾਂਦੇ ਨੇ, ਲੋਕਾਂ ਵਿੱਚ ਜਾਂਦੇ ਨੇ, ਲੋਕ ਸਵਾਲ ਕਰਦੇ ਨੇ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਵੀ ਹੁਣ ਸਵਾਲ ਕਰ ਰਹੇ ਹੋ ਤੇ ਥੋੜਾ ਆਦਮੀ ਅਨਈਜ਼ੀ ਫੀਲ ਕਰਦਾ ਹੈ ਤੇ ਮੈਂ ਕਹੂੰਗੀ ਇਹ ਸਿਚੁਏਸ਼ਨ ਵੀ ਆਪਾਂ ਲੰਘਾ ਲਵਾਂਗੇ ਤੇ ਪੰਜਾਬ ਵਾਲੇ ਲੋਕ ਕਾਫੀ ਸਮਝਦਾਰ ਹੈ ਤੇ ਇਸ ਟਾਈਮ ਸਾਇਲੈਂਟ ਹਨ। ਤੇ ਇਹ ਸਿਚੁਏਸ਼ਨ ਕਿਉਂ ਕ੍ਰੀਏਟ ਹੋਈ ਹੈ, ਅਗਰ ਕਿਸੇ ਨੇ ਕੀਤੀ ਹੈ, ਬੜੇ ਸਾਰੇ ਲੋਕੀ ਕਹਿੰਦੇ ਆ ਤੁਹਾਡੇ ਘਰ ਕਾ ਬੇਦੀ ਲੰਕਾ ਢਾਏ ਤੇ ਇਹਦੇ ਕੁਝ ਬੰਦੇ ਹੁੰਦੇ ਨੇ, ਪਰ ਮੈਨੂੰ ਲੱਗਦਾ ਹੈ ਕਿ ਲੋਕੀ ਅੱਜ ਵੀ ਕਾਂਗਰਸ ਦੀ ਪਾਲਿਸੀ ਦੇ ਨਾਲ ਜੁੜੇ ਨੇ ਤੇ 3 ਮਹੀਨੇ ਹੋਏ ਨੇ ਚੰਨੀ ਸਾਹਿਬ ਨੂੰ ਸੀਐਮ ਬਣੇ ਤੇ ਉਹਨਾਂ ਨੇ 3 ਮਹੀਨਿਆਂ ਵਿੱਚ ਵੀ ਜੋ ਇੱਕ ਖਾਕਾ ਪੰਜਾਬ ਦਾ ਤਿਆਰ ਕਰਕੇ ਦਿੱਤਾ ਤੇ ਜਿਸ ਤਰ੍ਹਾਂ ਬਿਜਲੀ ਦੇ ਬਿੱਲ ਇਮੀਡੀਏਟ ਮਾਫ ਕੀਤੇ, ਫਾਰਮਰਸ ਵਰਸੇ ਪਾਲਿਸੀਜ਼ ਲੈ ਕੇ ਆਏ, ਇਵਨ ਅਨਇੰਪਲੋਇਮੈਂਟ ਸਭ ਤੋਂ ਵੱਡਾ ਅੱਜ ਇਸ਼ੂ ਹੈ ਤੇ ਉਹਨਾਂ ਨੇ ਹਰ ਸਾਲ 1 ਲੱਖ ਯੁਵਾ ਨੂੰ ਨੌਕਰੀ ਦੇਣ ਦਾ ਜੋ ਅਨਾਉਂਸਮੈਂਟ ਕੀਤੀ ਤੇ ਪੂਰਾ ਇੱਕ ਵਿਜ਼ਨ ਬਤਾਇਆ ਤੇ ਜੋ ਲਾਲ ਪੱਟੇ ਵਾਲੀ ਜ਼ਮੀਨਾਂ ਸੀ ਉਹਨਾਂ ਦੀ ਵੀ ਰਜਿਸਟਰੀ ਕੀਤੀ ਤੇ ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਵਿਸ਼ਵਾਸ ਫਿਰ ਇੱਕ ਵਾਰੀ ਕਾਂਗਰਸ ਤੇ ਜਾਊਗਾ। ਤੁਸੀਂ ਚੰਨੀ ਸਾਹਿਬ ਦੀਆਂ ਪ੍ਰਾਪਤੀਆਂ ਦੱਸ ਦਿੱਤੀਆਂ, ਪਰ ਚੰਨੀ ਸਾਹਿਬ ਦੇ ਭਾਣਜੇ ਦੀ ਪ੍ਰਾਪਤੀ ਵੀ, ਜਿਨ੍ਹਾਂ ਕੋਲ 10 ਕਰੋੜ ਰੁਪਈਆ ਫੜਿਆ ਗਿਆ, ਉਹ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਨੇ। ਇਹ ਜਦੋਂ ਇਸ ਤਰ੍ਹਾਂ ਦੇ ਦੋਸ਼ ਲੱਗਦੇ ਆ ਕਿ ਸਰਕਾਰ ਸਿਰਫ 3 ਮਹੀਨੇ ਦੀ ਤੇ ਨਜ਼ਦੀਕੀ ਰਿਸ਼ਤੇਦਾਰਾਂ ਕੋਲੋਂ ਇੰਨੀ ਵੱਡੀ ਮਾਤਰਾ ਵਿੱਚ ਪੈਸਾ ਫੜਿਆ ਜਾਣਾ, ਇਹ ਕਿਤੇ ਨਾ ਕਿਤੇ ਕੋਈ ਸਵਾਲੀਆ ਨਿਸ਼ਾਨ ਖੜਾ ਨਹੀਂ ਕਰਦਾ? देखो, जांच होएगी, जांच में जो साफ होएगा, जो दोषी होएगा वो जाएगा। उस ਵਿੱਚ ਚੰਨੀ ਸਾਹਿਬ ਨੇ ਵੀ ਕਿਹਾ ਕਿ ਮੈਨੂੰ ਕੋਈ ਆਪੱਤੀ ਨਹੀਂ ਹੈ, ਲੇਕਿਨ ਮੈਂ ਐਗਜ਼ਾਮਪਲ ਤੁਹਾਨੂੰ ਬੰਗਾਲ ਦਾ ਦਵਾਂਗੀ। ਮਮਤਾ ਬੈਨਰਜੀ ਦੇ ਭਾਂਜੇ ਨੂੰ ਵੀ ਉਹਨਾਂ ਨੇ ਠੀਕ ਇਲੈਕਸ਼ਨ ਦੇ ਵਕਤ ਈਡੀ ਦਾ ਛਾਪਾ ਪਿਆ, ਇਵਨ ਉਹਨਾਂ ਦੀ ਵਾਈਫ ਨੂੰ ਵੀ ਤੰਗ ਕੀਤਾ ਗਿਆ। ਉਹਦੇ ਬਾਅਦ ਰਿਜ਼ਲਟ ਤੁਹਾਡੇ ਸਾਹਮਣੇ ਹੈ। ਕੀ ਵਜ੍ਹਾ ਹੈ ਕਿ ਚੰਨੀ ਸਾਹਿਬ ਦੇ ਭਾਂਜੇ ਤੇ ਅਗਰ ਤੁਸੀਂ ਛਾਪੇ ਮਾਰਨੇ ਹੀ ਸੀ ਚੁਣਾਵ ਦੇ ਵਕਤ, ਕਿਉਂ ਇਸ ਵਕਤ 10 ਕੀ 100 ਕੀ 500 ਕਰੋੜ ਹੀ ਤੁਸੀਂ ਦਿਖਾ ਸਕਦੇ ਹੋ? ਜਦ ਸਾਰੀ ਏਜੰਸੀ ਨੂੰ ਕੰਟਰੋਲ ਹੀ ਬੀਜੇਪੀ ਕਰਦੀ ਹੈ ਤੇ ਕਿਸੇ ਦੇ ਨਾਲ ਕੁਝ ਵੀ ਹੋ ਸਕਦਾ ਹੈ, ਲੇਕਿਨ ਵੋਟ ਨਹੀਂ ਖਰੀਦ ਸਕਦੇ ਤੁਸੀਂ ਤੇ ਪੰਜਾਬ ਦਾ ਰਿਜ਼ਲਟ ਬਤਾਊਗਾ। ਹੁਣ ਨਵਜੋਤ ਸਿੱਧੂ ਹੁਣਾਂ ਦੀ ਗੱਲ ਕਰਦੇ ਹਾਂ, ਪੰਜਾਬ ਦੇ ਪ੍ਰਧਾਨ ਨੇ, ਉਹਨਾਂ ਦੀ ਪਤਨੀ, ਉਹਨਾਂ ਦੀ ਬੇਟੀ ਇਹ ਕਹਿ ਚੁੱਕੇ ਨੇ ਕਿ ਕਾਂਗਰਸ ਪਾਰਟੀ ਦੀ ਕੋਈ ਮਜਬੂਰੀ ਰਹੀ ਹੋਵੇਗੀ ਜਿਹੜਾ ਨਵਜੋਤ ਸਿੱਧੂ ਨੂੰ ਚਿਹਰਾ ਨਹੀਂ ਐਲਾਨਿਆ ਗਿਆ। ਤੁਹਾਨੂੰ ਲੱਗਦਾ ਕੋਈ ਮਜਬੂਰੀ ਸੀ ਜਾਂ ਚੰਨੀ ਹੁਣਾਂ ਤੋਂ ਬਿਹਤਰ ਕੋਈ ਵਿਕਲਪ ਹੈ ਹੀ ਨਹੀਂ ਸੀ ਕੋਲ? ਦੇਖੋ, ਇਹ ਆਲਾਕਮਾਨ ਤੈਅ ਕਰਦੇ ਨੇ ਤੇ ਮੈਂ ਇਹ ਕਹੂੰਗੀ ਕਿ ਮੇਰੇ ਕੋਲ ਉਹਨਾਂ ਦੇ ਜੋ ਉਹਨਾਂ ਨੇ ਸਿਚੁਏਸ਼ਨ ਕ੍ਰੀਏਟ ਕੀਤੀ ਹੈ, ਮੇਰੇ ਕੋਲ ਕੋਈ ਕਮੈਂਟ ਨਹੀਂ ਹੈ ਉਸ 'ਤੇ ਮੈਂ ਕਮੈਂਟ ਕਰਾਂ, ਕਿਉਂਕਿ ਤੁਸੀਂ ਵੀ ਸਮਝੋਗੇ ਕਿ ਇਲੈਕਸ਼ਨ ਦਾ ਵਕਤ ਹੈ। ਮੈਂ ਨਹੀਂ ਚਾਹੁੰਦੀ ਕਿ ਮੈਂ ਇੱਕ ਹੋਰ ਪਵਾੜਾ ਖੜਾ ਕਰਾਂ। ਪੁਆੜੇ ਦੀ ਗੱਲ ਚਲੋ ਛੱਡ ਦਿੰਦੇ ਹਾਂ। ਹੁਣ ਤੁਸੀਂ ਵਾਰਾਣਸੀ ਪਹੁੰਚੇ ਸੀ, ਹੁਣ ਰਾਸ਼ਟਰੀ ਰਾਜਨੀਤੀ ਦੀ ਗੱਲ ਕਰ ਲੈਂਦੇ ਹਾਂ। ਉਹਦੇ ਵਿੱਚ ਤੁਸੀਂ ਜਿਹੜਾ ਭਾਜਪਾ ਦੇ ਉੱਪਰ ਜਾਂ ਮੋਦੀ ਸਰਕਾਰ ਦੇ ਉੱਪਰ ਇੱਕ ਠੀਕਰਾ ਭੰਨਿਆ ਮਹਿੰਗਾਈ ਨੂੰ ਲੈ ਕੇ, ਖਾਸ ਕਰਕੇ ਉਹਦੇ ਬਾਰੇ ਤੁਹਾਡਾ ਕੀ ਵਿਜ਼ਨ, ਕੀ ਹੈ, ਕਹਿਣਾ ਕੀ ਚਾਹੁੰਦੇ ਤੁਸੀਂ?
देखो, कहना की और कांग्रेस ने भी जो मैं डाटा लेके गई हाँ वो कोई साडा अपना पर्सनल डाटा नहीं है, गवर्नमेंट ਦਾ ਹੈ, ਕੈਗ ਦੀ ਰਿਪੋर्ट ਹੈ। ਉਹ ਸਾਫ਼ ਦਿਖਾਉਂਦਾ ਪਿਆ ਜਦ 7 ਸਾਲ ਹੋ ਗਏ ਮੋਦੀ ਸਰਕਾਰ ਨੂੰ, ਜਿਸ ਤਰ੍ਹਾਂ ਐਮਐਸਐਮਈ ਜੋ ਲੋग छोटे लघु उद्योग है 60 लाख फैक्ट्रियां छोटे उद्योग बंद हो गए, विद इन ईयर 3 करोड़ नौकरियां चली गई। टोटैलिटी भी देखोगे 7 साल में 12.5 करोड़ नौकरियां चली गई। तो 84% ਲੋਕਾਂ ਦੀ ਜੋ ਆਮਦਨੀ ਸੀ ਉਹ ਡਿਕਰੀਜ਼ ਹੋ ਗਈ। ਤੇ ਉਹ ਤੁਸੀਂ ਕਹਿੰਦੇ ਸੀ ਕਿ ਆਪਾਂ ਸਾਲ ਵਿੱਚ 2 ਕਰੋੜ ਨੌਕਰੀਆਂ ਦੇਣੀਆਂ ਨੇ, ਤੇ ਹੁਣ ਤੁਸੀਂ 50 ਲੱਖ ਵਿੱਚ ਆ ਗਏ, ਕਹਿੰਦੇ ਹੁਣ ਆਪਾਂ 50 ਲੱਖ ਦੇਵਾਂਗੇ। ਜੋ ਹੁਣ ਬਜਟ ਆਇਆ ਹੈ ਉਹ ਵੀ ਤੁਸੀਂ 25 ਸਾਲ ਦਾ ਵਿਜ਼ਨ ਦਿੱਤਾ ਹੈ। ਤੇ ਇਹ ਤੇ ਸਾਰਾ ਡਾਟਾ ਹੈ। ਗੈਸ ਸਿਲੰਡਰ ਤੁਹਾਨੂੰ ਹੁਣ 1000 ਰੁਪਏ ਮਿਲ ਰਿਹਾ ਹੈ, ਕਿੱਥੇ ਗਈ ਤੁਹਾਡੀ ਸਬਸਿਡੀ, ਕਿੱਥੇ ਗਈ ਤੁਹਾਡੀ ਉਜਵਲਾ ਯੋਜਨਾ। ਉਜਵਲਾ ਯੋਜਨਾ ਦਾ ਵੀ ਕੈਗ ਵਿੱਚ ਰਿਪੋਰਟ ਹੈ ਕਿ ਭਾਈ ਤੁਸੀਂ ਜਿੰਨੇ ਵੀ ਲੋਕਾਂ ਨੂੰ ਉਜਵਲਾ ਯੋਜਨਾ ਫ੍ਰੀ ਕਹਿ ਕੇ ਜੋ 1600 ਰੁਪਏ ਵੀ ਦਿੱਤੀ ਹੈ, ਅੱਜ 95% ਲੋਕੀ ਦੁਬਾਰਾ ਚੁੱਲ੍ਹੇ ਤੇ ਆ ਗਏ। ਤੇ ਇਹ ਤੇ ਉਹਨਾਂ ਦਾ ਪੋਲ ਖੋਲਣਾ ਹੈ ਜੋ ਜੋ ਜਿਸ ਤਰ੍ਹਾਂ ਯੂਪੀ ਵਿੱਚ ਚੱਲਦਾ ਪਿਆ ਹੈ ਤੇ ਜਿੰਨਾ ਕਮਿਊਨਲ ਸਟੇਟ ਨੂੰ ਕਰ ਦਿੱਤਾ ਗਿਆ ਹੈ, ਤੇ ਉਹ ਦਰਸਾਉਂਦਾ ਹੈ ਤੇ ਸਾਡਾ ਫਰਜ਼ ਹੈ ਕਿ ਐਜ਼ ਅ ਆਪੋਜੀਸ਼ਨ ਤੇ ਐਜ਼ ਅ ਕਾਂਗਰਸੀ ਹੁੰਦੇ ਹੋਏ ਆਪਾਂ ਡਾਟਾ ਰੱਖੀਏ ਤੇ ਲੋਕੀ ਤੈਅ ਕਰਨ। ਉਹੀ ਕਰਨ ਮੈਂ ਗਈ ਸੀ। ਤੁਸੀਂ ਕਮਿਊਨਲ ਦੀ ਗੱਲ ਕੀਤੀ, ਪਹਿਲਾਂ ਬੀਫ ਨੂੰ ਲੈ ਕੇ ਹੁਣ ਹਿਜਾਬ ਨੂੰ ਲੈ ਕੇ ਖਾਸ ਕਰਕੇ ਇੱਕ ਫਿਰਕੇ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਬਾਕੀ ਮਾਈਨੋਰਟੀਜ਼ ਬਾਕੀ ਘੱਟ ਗਿਣਤੀਆਂ ਉਹਨਾਂ ਦਾ ਭਵਿੱਖ ਕੀ ਦੇਖ ਰਹੇ ਹੋ ਜੇ ਲਗਾਤਾਰ ਸੱਤਾ ਵਿੱਚ ਭਾਜਪਾ ਰਹਿੰਦੀ ਹੈ ਤਾਂ? ਦੇਖੋ ਨਾ, ਲੋਕਾਂ ਨੂੰ ਸੋਚਣਾ ਹੈ, ਬਹੁਤ ਹੀ ਗੰਭੀਰ ਮਸਲਾ ਹੈ। ਤੁਹਾਨੂੰ ਯਾਦ ਹੋਏਗਾ ਜਦ ਪਿਛਲਾ ਯੂਪੀ ਦਾ ਚੁਣਾਵ ਸੀ, ਇਹਨਾਂ ਨੇ ਟ੍ਰਿਪਲ ਤਲਾਕ ਦਾ ਮੁੱਦਾ ਲੈ ਕੇ ਆਏ ਸੀ ਕਿ ਸਾਨੂੰ ਬੜੀਆ ਬਹੁਤ ਦਰਦ ਹੈਗਾ ਹੈ, ਜਦਕਿ ਪਰਸੈਂਟੇਜ ਨਿਕਾਲਿਆ ਤਾਂ 0.1% ਉਹ ਟ੍ਰਿਪਲ ਤਲਾਕ ਦੇ ਜੋ ਅਨਆਥੋਰਾਈਜ਼ ਤਰੀਕੇ ਨਾਲ, ਜੋ ਕੁਰਾਨ ਵੀ ਕਹਿੰਦਾ ਹੈ, ਮਾਈਨੋਰਟੀ ਦੇ ਜੋ ਜਿਤਨੇ ਮੌਲਾਨਾ ਨੇ ਉਹ ਵੀ ਕਹਿੰਦੇ ਨੇ, ਉਸ ਕੰਪੇਅਰ ਵਿੱਚ ਅਗਰ ਤੁਸੀਂ ਦਹੇਜ ਪ੍ਰਥਾ ਲੈ ਲਓ, ਡੌਰੀ ਸਿਸਟਮ ਲੈ ਲਓ, ਕੁੜੀਆਂ ਨੂੰ ਜਲਾਉਣ ਦੀ ਗੱਲਾਂ ਲੈ ਲਓ, ਉਹ ਪਰਸੈਂਟੇਜ ਬਹੁਤ ਜ਼ਿਆਦਾ ਹੈ। ਤੇ ਇਸ ਵਾਰ ਮੈਂ ਯੂਪੀ ਚੁਣਾਵ ਨੂੰ ਦੇਖਦੇ ਹੋਏ ਜੋ ਕਰਨਾਟਕ ਵਿੱਚ ਹੋਇਆ, ਮੈਂ ਕਹਾਂਗੀ ਇਹ ਇਵੈਂਟ ਮੈਨੇਜਮੈਂਟ ਹੈ, ਇਹ ਕਰਵਾਇਆ ਜਾ ਰਿਹਾ ਹੈ। ਕੋਈ ਇਸ਼ੂ ਨਹੀਂ ਹੈ ਹਿਜਾਬ ਦਾ, ਇਹ ਜ਼ਬਰਦਸਤੀ ਚਾਹੁੰਦੇ ਨੇ ਤੁਸੀਂ ਗੱਲ ਕਰੋ ਤਾਂ ਕਿ ਆਪਾਂ ਹਿੰਦੂ ਮੁਸਲਮਾਨ ਕਰ ਸਕੀਏ। ਇਹ ਇਸ ਚੀਜ਼ ਦਾ ਐਗਜ਼ਾਮਪਲ ਹੈ ਕਿ ਡਿਵੈਲਪਮੈਂਟ ਦੇ ਬਾਰੇ, ਮਹਿੰਗਾਈ ਦਾ ਸੋਲੂਸ਼ਨ, ਅਨਇੰਪਲੋਇਮੈਂਟ ਦਾ ਸੋਲੂਸ਼ਨ ਤੁਹਾਡੇ ਕੋਲ ਹੈ ਨਹੀਂ। ਡੀਜ਼ਲ ਪੈਟਰੋਲ ਵਿੱਚ ਐਕਸਾਈਜ਼ 60% ਕਿਉਂ ਲੱਗਿਆ ਹੈ, ਉਹਦਾ ਜਵਾਬ ਤੁਹਾਡੇ ਕੋਲ ਹੈ ਨਹੀਂ। ਤੁਸੀਂ ਯੂਪੀ ਜੋ ਮੈਨੀਫੈਸਟੋ ਲੈ ਕੇ ਆਏ ਸੀ ਉਹ ਤੁਸੀਂ ਇੰਪਲੀਮੈਂਟ ਨਹੀਂ ਕਰ ਪਾਏ, ਉਹਦਾ ਜਵਾਬ ਤੁਹਾਡੇ ਕੋਲ ਹੈ ਨਹੀਂ। ਤੇ ਬਸ ਈਜ਼ੀ ਹੈ ਕਿ ਲੋਕਾਂ ਨੂੰ ਡਾਇਵਰਟ ਕਰੋ, ਰੀਜਨਲ ਤੌਰ ਤੇ ਲੋਕਾਂ ਨੂੰ ਇੱਕ ਦੂਸਰੇ ਤੇ ਨਫ਼ਰਤ ਫੈਲਾਓ, ਤੇ ਆਪਾਂ ਆਪਣਾ ਸਿਰਫ ਚੁਣਾਵ ਵੋਟ ਲੈਣ ਦੀ ਜੋ ਰਾਜਨੀਤੀ ਹੈ ਉਹ ਕਰਦੀ ਹੈ ਬੀਜੇਪੀ, ਜਿਹਦਾ ਇੱਕ ਐਗਜ਼ਾਮਪਲ ਹਿਸਾਬ ਵਾਲਾ। ਹੁਣ ਤੁਸੀਂ ਕਹਿੰਦੇ ਹੋ ਕਿ ਦੇਸ਼ ਇੰਨੇ ਸੰਕਟ ਦੇ ਵਿੱਚ ਹੈ, ਪਰ ਭਾਜਪਾ ਦੇ ਦਾਅਵੇ ਜਿਹੜੇ ਨੇ ਉਹ ਕੁਝ ਹੋਰ ਤਰ੍ਹਾਂ ਦੇ ਨੇ। ਉਹਦੇ ਵਿੱਚ ਜੀਡੀਪੀ ਨੂੰ ਆਧਾਰ ਬਣਾ ਕੇ, ਹਾਲਾਂਕਿ ਆਮ ਬੰਦੇ ਨੂੰ ਵਿਚਾਰੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਜੀਡੀਪੀ ਹੈ ਕੀ ਚੀਜ਼। ਜੀਡੀਪੀ ਕਹਿੰਦੇ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਤੇ ਅਗਲੇ ਸਾਲ ਦਾ ਵੀ ਉਹਨਾਂ ਨੇ ਭਵਿੱਖਬਾਣੀ ਕਰ ਦਿੱਤੀ ਕਿ 2023 ਦੇ ਵਿੱਚ ਵੀ ਇਸੇ ਤਰ੍ਹਾਂ ਜੀਡੀਪੀ ਦੌੜਦੀ ਜਾਏਗੀ ਤਾਂ ਨੂੰ। ਅਸਲ ਵਿੱਚ ਇਹ ਖੇਡ ਹੁੰਦੀ ਕੀ ਹੈ? ਕਿਉਂ ਨਹੀਂ ਦੌੜਦੀ ਜਾਏਗੀ? ਅਡਾਨੀ ਉਹਨਾਂ ਦੇ ਨਾਲ ਹੈ, ਅੰਬਾਨੀ ਉਹਨਾਂ ਦੇ ਨਾਲ ਹੈ, ਤੇ 10% ਜੋ ਕੈਪੀਟਲਿਸਟ ਹੈ ਉਹਨਾਂ ਨੂੰ ਉਹਨਾਂ ਨੇ ਫੋਕਸ ਕੀਤਾ ਹੋਇਆ ਹੈ। ਅਗਰ ਤੁਸੀਂ ਇੰਡੀਆ ਦੇ ਸਾਰੇ ਏਜੰਸੀ ਕੀ ਸਾਰੇ ਜੋ ਕੰਮ ਹੈਗੇ ਨੇ, ਅਗਰ ਤੁਸੀਂ एयरपोर्ट अथॉरिटी ਨੂੰ ਉਠਾ ਲਓ, ਰੇਲਵੇ ਉਠਾ ਲਓ, ਜਿਤਨੀ ਵੀ ਚੀਜ਼ਾਂ ਨੇ, ਟਰਾਂਸਪੋਰਟ ਉਠਾ ਲਓ, ਈਵਨ ਸੜਕਾਂ ਉਠਾ ਲਓ, ਅੱਜ ਸੇ ਸਾਰਾ ਪ੍ਰਾਈਵੇਟਾਈਜ਼ ਕਰ ਦਿੱਤਾ ਤੇ ਸਾਰਾ ਕੁਝ ਅੱਧੇ ਤੋਂ ਜ਼ਿਆਦਾ ਤੇ ਅਡਾਨੀ ਨੂੰ ਦੇਖ ਕੇ ਬੈਠੇ ਹੈ। ਤੇ ਜੀਡੀਪੀ ਘਟਾਉਣ ਵਧਾਉਣ ਵਾਲਾ ਜੋ ਇਕਨੋਮਿਕਲ ਵਰਲਡ ਵਾਈਜ਼ ਸਰਵੇ ਹੁੰਦਾ ਹੈ ਤੇ ਜੀਡੀਪੀ ਤਾਂ ਵਧੂਗੀ। ਹੁਣ 110 ਵਿੱਚ 1 to 100 ਵਿੱਚ ਵੀ ਨਹੀਂ, 1 to 10 ਵਿੱਚ ਅਡਾਨੀ ਸਾਹਿਬ ਨੰਬਰ 1 ਵਿੱਚ ਆ ਗਏ। ਤੇ ਅਗਰ ਉਸ ਦੇ ਅਕੋਰਡਿੰਗ ਤੁਸੀਂ ਜੀਡੀਪੀ ਦੇਖੋਗੇ ਤੇ ਵੱਧਦੀ ਪਈ ਹੈ। ਲੇਕਿਨ ਜੋ ਰਾਹੁਲ ਜੀ ਨੇ ਵੀ ਕਿਹਾ ਸੀ ਕਿ 55 ਕਰੋੜ ਦਾ ਪੈਸਾ ਸਾਡੇ 10 ਬੰਦਿਆਂ ਕੋਲ ਹੈ। ਹੁਣ ਮਨੀ ਕੈਲਕੂਲੇਸ਼ਨ ਵਿੱਚ ਤੁਹਾਡੀ ਜੀਡੀਪੀ ਤੇ ਆ ਜਾਏਗੀ, ਲੇਕਿਨ ਉਹ ਜਾ ਕੇ ਇਹਦੇ ਕੋਲ ਰਿਹਾ ਹੈ, ਉਹ ਗਰੀਬ ਪੁੱਛਦਾ ਪਿਆ। ਹੁਣ ਗਰੀਬ ਨੂੰ ਪੈਨਸ਼ਨ ਚਾਹੀਦੀ, ਗਰੀਬ ਨੂੰ ਰੋਟੀ ਚਾਹੀਦੀ, ਗਰੀਬ ਨੂੰ ਸਬਸਿਡੀ ਦਾ ਸਿਲੰਡਰ ਚਾਹੀਦਾ। ਹੁਣ ਤੁਸੀਂ ਧੀਰੇ ਧੀਰੇ ਸਾਰੀ ਸਬਸਿਡੀਆਂ ਖਤਮ ਕਰੀ ਜਾ ਰਹੇ ਹੋ ਤੇ ਸਰਕਾਰੀ ਖਜ਼ਾਨਾ ਤੇ ਵਧੂਗਾ ਤੇ ਤੁਹਾਡੀ ਜੀਡੀਪੀ ਵਧੇਗੀ। ਲੇਕਿਨ ਗਰੀਬ ਵਾਸਤੇ ਤੁਸੀਂ ਕੀ ਕਰ ਰਹੇ ਹੋ? ਪੀਡੀਐਫ ਦੀ ਗੱਲ ਕਰਦੇ ਹੋ। ਅੱਜ ਤੁਸੀਂ ਜਦ ਬਜਟ ਆਇਆ, ਤੁਸੀਂ ਜੋ ਲੋਕਾਂ ਨੂੰ ਸੁੱਕਾ
ਫ੍ਰੀ ਅਨਾਜ ਸੀ ਉਸ ਵਿੱਚ ਤੋਂ ਤੁਹਾਡਾ ਬਜਟ ਕੱਟ ਕਰ ਦਿੱਤਾ, ਐਜੂਕੇਸ਼ਨ ਵਿੱਚ ਬਜਟ ਕੱਟ ਕਰ ਦਿੱਤਾ, ਤੁਹਾਡੀ ਪੈਨਸ਼ਨ ਵੀ ਬਜਟ ਕੱਟ ਕਰ ਦਿੱਤਾ। ਤੇ ਤੁਸੀਂ ਇਹ ਸਭ ਚੀਜ਼ਾਂ ਨੂੰ ਵੇਖੋਗੇ ਤਾਂ ਤੁਹਾਨੂੰ ਲੱਗਾ ਕਿ ਜੀਡੀਪੀ ਵਧ ਰਹੀ ਹੈ। ਇਹ ਸਿਰਫ ਤੇ ਸਿਰਫ ਭਾਸ਼ਣ ਦੀ ਪਾਰਟੀ ਹੈ, ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਪਾਰਟੀ ਹੈ। ਲੇਕਿਨ ਅੱਜ ਦੀ ਤਾਰੀਖ ਵਿੱਚ ਜਿਨ੍ਹਾਂ ਦੀ ਨੌਕਰੀਆਂ ਗਈਆਂ ਨੇ, ਤੇ ਜੋ ਅੱਜ ਘਰ ਬੈਠ ਕੇ ਜਿਨ੍ਹਾਂ ਨੂੰ ਪਤਾ ਹੈ ਕਿ 20,000 ਮਿਲਦਾ ਸੀ ਤੇ ਅੱਜ 15,000 ਹੋ ਗਿਆ ਹੈ, ਉਹ ਅਹਿਸਾਸ ਕਰਾਉਣਗੇ ਤੁਹਾਨੂੰ ਕਿ ਕਿੰਨੀ ਕੁ ਜੀਡੀਪੀ ਵਧੀ ਹੈ। ਗੱਲਬਾਤ ਸਾਡੀ ਜਾਰੀ ਹੈ, ਪਰ ਮੈਂ ਇੱਕ ਵਾਰੀ ਫਿਰ ਤੋਂ ਇੰਟਰੋਡਿਊਸ ਕਰਾ ਦਾਂ। ਹਾਲਾਂਕਿ ਪ੍ਰਾਈਮ ਏਸ਼ੀਆ ਟੀਵੀ ਦੇ ਸਾਰੇ ਦਰਸ਼ਕ ਰਣਜੀਤ ਰੰਜਨ ਹੋਣਾ ਬਾਰੇ ਚੰਗੀ ਤਰ੍ਹਾਂ ਜਾਣਦੇ ਨੇ, ਕਿਉਂਕਿ ਉਹ ਪਹਿਲਾਂ ਕਈ ਵਾਰ ਪ੍ਰਾਈਮ ਏਸ਼ੀਆ ਟੀਵੀ ਦੇ ਉੱਪਰ ਆ ਕੇ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਨੇ। ਇਹ ਬਿਹਾਰ ਦੀ ਜਿਹੜੀ ਸਪੋਰਟ ਸੀਟ ਹੈ ਉੱਥੋਂ ਚੁਣੇ ਗਏ ਸਿੱਖ ਤੇ ਪੰਜਾਬੀ ਮਹਿਲਾ ਨੇ, ਜਿਨ੍ਹਾਂ ਨੇ ਨਾ ਸਿਰਫ ਬਿਹਾਰ ਦੇ ਵਿੱਚ ਰਹਿ ਕੇ ਪੰਜਾਬੀਅਤ ਨੂੰ ਉੱਚਾ ਕੀਤਾ, ਸਿੱਖੀ ਨੂੰ ਵੀ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ। ਉਹਦੇ ਨਾਲ ਨਾਲ ਜੋ ਜਿੰਨੇ ਵੀ ਸਮਾਜਿਕ ਮੁੱਦੇ ਨੇ ਉਹਦੇ ਉੱਪਰ ਬੜੀ ਬੇਬਾਕੀ ਨਾਲ ਗੱਲਬਾਤ ਕਰਦੇ ਨੇ। ਹੁਣ ਜਦੋਂ ਅਸੀਂ ਲੀਡਰਸ਼ਿਪ ਦੀ ਗੱਲ ਕਰਦੇ ਹਾਂ, ਬੀਤੇ ਦਿਨਾਂ ਦੇ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਕਾਂਗਰਸ ਉੱਪਰ ਤੰਜ਼ ਕੱਸਿਆ ਸੀ ਕਿ ਲੱਗਦਾ ਕਿ ਕਾਂਗਰਸ ਨੇ ਮਨ ਬਣਾ ਲਿਆ ਕਿ ਅਗਲੇ 100 ਸਾਲ ਤੱਕ ਸੱਤਾ ਵਿੱਚ ਨਹੀਂ ਆਉਣਾ, ਪਾਵਰ ਵਿੱਚ ਨਹੀਂ ਆਉਣਾ। ਸਿਚੁਏਸ਼ਨ ਕਾਂਗਰਸ ਵਾਸਤੇ ਜੇ ਓਵਰਆਲ ਦੇਖੀਏ ਨਤੀਜੇ ਕੋਈ ਬਹੁਤੇ ਵਧੀਆ ਹੈ ਵੀ ਨਹੀਂ ਅੱਜ ਦੀ ਡੇਟ ਵਿੱਚ। ਭਵਿੱਖ ਕੀ ਹੈ ਕਾਂਗਰਸ ਦਾ? ਦੇਖੋ, ਮੋਦੀ ਸਾਹਿਬ ਪਾਰਲੀਮੈਂਟ ਵਿੱਚ ਰਾਸ਼ਟਰਪਤੀ ਅਭਿਭਾਸ਼ਣ ਵਿੱਚ ਜਵਾਬ ਦੇਣਾ ਸੀ ਉਹਨਾਂ ਨੂੰ ਕਿ ਬੇਰੁਜ਼ਗਾਰੀ ਕਿਉਂ ਹੈ, ਤਾਂ ਉਹਦਾ ਸੋਲੂਸ਼ਨ ਕੀ ਹੈ, ਮਹਿੰਗਾਈ ਕਿਉਂ ਹੈ, ਉਹਦਾ ਸੋਲੂਸ਼ਨ ਕੀ ਹੈ, ਪੈਟਰੋਲ ਡੀਜ਼ਲ ਵਿੱਚ 60% ਤੁਸੀਂ ਐਕਸਾਈਜ਼ ਡਿਊਟੀ ਕਿਉਂ ਲਗਾ ਰਹੇ ਹੋ। ਤੇ ਜਿਸ ਤਰ੍ਹਾਂ ਕੋਵਿਡ ਵਿੱਚ ਫੇਲੀਅਰ ਹੋਏ, ਦਿੱਲੀ ਤੁਹਾਡਾ ਕੈਪੀਟਲ ਹੈ ਤੇ ਉੱਥੇ ਲੋਕਾਂ ਨੂੰ ਬੈੱਡ ਨਹੀਂ ਮਿਲ ਰਹੇ ਸੀ, ਆਕਸੀਜਨ ਸਿਲੰਡਰ 80,000 ਰੁਪਏ ਮਿਲ ਰਿਹਾ ਸੀ, ਜਵਾਬ ਤਾਂ ਉਹਨਾਂ ਨੂੰ ਉਹਦਾ ਦੇਣਾ ਸੀ। ਫਾਰਮਰਸ ਦਾ ਬਿੱਲ ਕਿਉਂ ਵਾਪਸ ਲੈਣਾ ਪਿਆ, ਉਹਦਾ ਦੇਣਾ ਸੀ। ਇਹ ਚੀਜ਼ ਦਰਸਾਉਂਦਾ ਹੈ ਕਿ ਤੁਸੀਂ ਪਾਰਲੀਮੈਂਟ ਦੇ ਅੰਦਰ ਬਹਿ ਕੇ ਜਿਸ ਚੀਜ਼ਾਂ ਦੀ ਤੁਸੀਂ ਗੱਲਾਂ ਕਰ ਰਹੇ ਸੀ, ਜੋ ਚੀਜ਼ਾਂ ਤੁਸੀਂ ਕਹਿ ਰਹੇ ਸੀ, ਉਹ ਚੀਜ਼ ਦਰਸਾਉਂਦੀ ਹੈ ਕਿ ਭਾਈ ਤੁਸੀਂ ਕੁਐਸਚਨ ਕੀ ਕੀਤਾ ਸੀ। ਮੈਂ ਕਿਹਾ ਸੀ ਉਹ ਕਹਿੰਦੇ ਕਿ ਕਾਂਗਰਸ ਨੇ ਲੱਗਦਾ ਮਨ ਬਣਾ ਲਿਆ 100 ਸਾਲ ਤੱਕ ਸੱਤਾ 'ਚ ਨਹੀਂ ਆਉਣਾ। ਮੈਂ ਇਹ ਕਹਿਣਾ ਚਾਹ ਰਹੀ ਸੀ ਕਿ ਮੋਦੀ ਸਾਹਿਬ ਪਾਰਲੀਮੈਂਟ ਵਿੱਚ ਕਾਂਗਰਸ ਨੂੰ ਕੋਸ ਰਹੇ ਸੀ। ਠੀਕ ਹੈ, ਕਾਂਗਰਸ ਦੀ ਜ਼ਿੰਮੇਵਾਰੀ ਉਹ ਅੱਗੇ ਕਿਸ ਤਰ੍ਹਾਂ ਵਧੇਗੀ, ਇਹ ਜ਼ਿੰਮੇਵਾਰੀ ਮੋਦੀ ਸਾਹਿਬ ਦੀ ਹੈ, ਪਾਰਲੀਮੈਂਟ ਦੀ ਹੈ। ਉਹ ਆਪਾਂ ਦੇਖ ਲਾਂਗੇ। ਆਪਾਂ ਵੀ ਮੰਨਦੇ ਹਾਂ ਕਿ ਭਾਈ ਇੱਕ ਟਰਾਂਸਫੋਰਮੇਸ਼ਨ ਦਾ ਟਾਈਮ ਹੁੰਦਾ ਹੈ। ਆਪਾਂ 55 ਸਾਲ ਰਾਜ ਕੀਤਾ, 125 ਸਾਲ ਪੁਰਾਣੀ ਪਾਰਟੀ ਹੈ। ਹਰ ਵਕਤ ਬੰਦੇ ਦਾ ਵਕਤ ਆਉਂਦਾ ਹੈ। ਤੁਸੀਂ ਵੀ 2 MP ਦੀ ਪਾਰਟੀ ਸੀ ਤੇ ਅੱਜ ਗਵਰਨਮੈਂਟ ਬਣਾ ਕੇ ਬੈਠੇ ਹੋ। ਲੇਕਿਨ ਉਸ ਵਕਤ ਮੋਦੀ ਦਾ ਜਵਾਬ ਦੇਣਾ, ਪ੍ਰਾਈਸ ਰਾਈਜ਼ ਦੀ ਗੱਲ ਕਰਨੀ ਜ਼ਰੂਰੀ ਸੀ ਜਾਂ ਕਾਂਗਰਸ ਦੇ ਬਾਰੇ ਵਿੱਚ ਗੱਲ ਕਰਨੀ? ਤੇ ਕਾਂਗਰਸ ਤੇ ਆਪਣਾ ਸਰਵਾਈਵ ਖੁਦ ਕਰੇਗੀ। ਲੇਕਿਨ ਮੋਦੀ ਸਾਹਿਬ ਪਾਰਲੀਮੈਂਟ ਵਿੱਚ ਆਪਣੇ ਕਿ ਅਸਫਲਤਾ ਨੂੰ ਛਿਪਾਉਣ ਵਾਸਤੇ ਇਹ ਸਾਰੀ ਗੱਲਾਂ ਕਰ ਰਹੇ ਸੀ। ਜਿੱਥੇ ਤੱਕ ਤੁਸੀਂ ਕਹੋਗੇ ਕਾਂਗਰਸ ਦਾ ਸਵਾਲ ਹੈ, ਆਪਾਂ ਸਾਰੇ ਵੀ ਇਸ ਗੱਲ ਨੂੰ ਮੰਨਦੇ ਆ ਕਿ ਸਾਡਾ ਇੱਕ ਟਰਾਂਸਫੋਰਮੇਸ਼ਨ ਦਾ ਟਾਈਮ ਹੈ, ਚੇਂਜਸ ਆ ਰਹੇ ਹੈ। ਪੁਰਾਣੇ ਲੋਕ ਕੁਝ ਬੜੇ ਬਜ਼ੁਰਗ ਹੋਏ ਨੇ, ਉਹ ਸਾਡੇ ਪ੍ਰੇਰਨਾ ਸਰੋਤ ਹਨ। ਲੇਕਿਨ ਹੁਣ ਨਵਾਂ ਯੂਥ ਆ ਰਿਹਾ ਹੈ ਕਾਂਗਰਸ ਵਿੱਚ। ਤੇ ਇੱਕ ਗੱਲ ਮੈਂ ਬਿਲਕੁਲ ਬੇਬਾਕ ਕਹਿਣਾ ਚਾਹਾਂਗੀ ਕਿ ਜਿਨ੍ਹਾਂ ਨੇ ਨਹਿਰੂ ਦੀ ਹਿਸਟਰੀ ਵੇਖੀ, ਕਾਂਗਰਸ ਦੀ ਹਿਸਟਰੀ ਵੇਖੀ, ਆਜ਼ਾਦੀ ਦੇ ਬਾਅਦ ਕਿਸ ਤਰ੍ਹਾਂ ਗ੍ਰੀਨ ਰੈਵੋਲੂਸ਼ਨ ਆਇਆ, ਅਨਾਜ ਸਾਡੇ ਕੋਲ ਘੱਟ ਸੀ, ਕਿਸ ਤਰ੍ਹਾਂ ਆਪਾਂ ਅਨਾਜ ਦਾ ਇੰਤਜ਼ਾਮ ਕੀਤਾ, ਸਾਰੇ ਬੈਂਕਾਂ ਦਾ ਨੈਸ਼ਨਲਾਈਜ਼ੇਸ਼ਨ ਰਾਸ਼ਟਰੀਕਰਨ ਕੀਤਾ, ਤੇ ਸਾਰੀ ਚੀਜ਼ਾਂ ਧੀਰੇ ਧੀਰੇ ਲੈ ਕੇ ਆਏ, IITs ਲੈ ਕੇ ਆਏ, ਏਮਸ ਲੈ ਕੇ ਆਏ। ਕਿਸਨੇ ਕੀਤਾ? ਕਾਂਗਰਸ ਨੇ ਕੀਤਾ। ਤੇ ਠੀਕ ਹੈ, ਉਹ ਵਕਤ ਵੀ ਆਪਾਂ ਦੇਖਿਆ, ਹੁਣ ਇਹ ਵਕਤ ਵੀ ਆਇਆ। ਲੇਕਿਨ ਕਾਂਗਰਸ ਨੇ ਹੁਣ ਰਿਅਲਾਈਜ਼ ਕੀਤਾ, ਉਹ ਵਕਤ ਸੋਸ਼ਲ ਮੀਡੀਆ ਦਾ ਨਹੀਂ ਸੀ, ਇਤਨਾ ਡਿਜੀਟਲ ਪਲੇਟਫਾਰਮ ਸਾਨੂੰ ਨਹੀਂ ਮਿਲਿਆ ਸੀ। ਦੂਸਰਾ, ਮੀਡੀਆ ਨੂੰ ਫੁੱਲ ਫ੍ਰੀडम ਸੀ ਕਿ ਤੁਸੀਂ ਗਵਰਨਮੈਂਟ ਕਾਂਗਰਸ ਦੀ ਹੁੰਦੇ ਹੋਏ ਵੀ ਤੁਹਾਨੂੰ ਫੁੱਲ ਫ੍ਰੀडम ਹੈ ਕਿ ਭਾਈ ਤੁਸੀਂ ਕੋਈ ਵੀ ਨੁਕਤਾਚੀਨੀ ਕਰ ਸਕਦੇ ਹੋ। ਸਾਨੂੰ ਤੇ ਬੀਜੇਪੀ ਵਾਲੇ ਸਮਝਾ ਰਹੇ ਹੈ ਕਿ ਕੰਮ ਘੱਟ ਕਰਨਾ ਹੈ ਤੇ ਪ੍ਰਚਾਰ ਜ਼ਿਆਦਾ ਕਰਨਾ ਹੈ। ਮੈਨੂੰ ਲੱਗਦਾ ਸਾਡੀ ਅਸਫਲਤਾ ਦਾ ਇੱਕ ਮੇਨ ਕਾਰਨ ਇਹ ਵੀ ਹੈ ਕਿ ਅਸੀਂ ਕੰਮ ਬਹੁਤ ਕੀਤਾ ਲੇਕਿਨ ਉਸ ਚੀਜ਼ ਦਾ ਪ੍ਰਚਾਰ ਨਹੀਂ ਕੀਤਾ। ਤੇ ਹੁਣ ਦਾ ਜੋ ਜਨਰੇਸ਼ਨ ਹੈ, ਹੁਣ 25 ਸਾਲ ਦੇ ਯੂਥ ਦੀ ਗੱਲ ਕਰ ਲਓ, 30 ਸਾਲ ਦੇ ਯੂਥ ਦੀ ਗੱਲ ਕਰ ਲਓ। ਮੇਰਾ ਮੁੰਡਾ 26 ਸਾਲ ਦਾ ਹੈ। ਮੈਂ ਅਗਰ ਪੁੱਛਾਂ, ਉਹ ਵੀ ਮੇਰੇ ਕੋਲੋਂ ਪੁੱਛਦਾ ਹੈ ਕਿ ਭਾਈ ਮੈਂ ਰਾਹੁਲ ਜੀ ਨੂੰ ਕਿਉਂ ਵੋਟ ਦੇਵਾਂ, ਮੋਦੀ ਨੂੰ ਕਿਉਂ ਨਹੀਂ ਦੇਵਾਂ। ਕਿਉਂ? ਕਿਉਂਕਿ ਉਹ ਹਿਸਟਰੀ ਵੀ ਨਹੀਂ ਜਾਣ ਰਹੇ, ਕਾਂਗਰਸ ਨੇ ਕੀ ਕੀਤਾ ਕੰਟਰੀ ਵਾਸਤੇ ਉਹ ਨਹੀਂ ਜਾਣ ਰਹੇ। ਤੇ ਲੋਕੀ ਹੁਣ ਸੋਸ਼ਲ ਮੀਡੀਆ ਵਿੱਚ ਇੰਨੇ ਜ਼ਿਆਦਾ ਇਨਵੋਲਵ ਹੋ ਗਏ ਕਿ ਉਹ ਪੜ੍ਹਨਾ ਨਹੀਂ ਚਾਹੁੰਦੇ। ਤੇ ਜੋ ਨਹੀਂ ਪੜ੍ਹ ਰਹੇ ਨੇ ਉਹਨੂੰ ਹੁਣ
ਬੀਜੇਪੀ ਯੂਜ਼ ਕਰਦਾ ਪਿਆ ਹੈ। ਤੇ ਹੁਣ ਮੈਨੂੰ ਲੱਗਦਾ ਹੈ ਕਿ ਆਪਾਂ ਸਮਝ ਚੁੱਕੇ ਹਾਂ ਤੇ ਆਪਾਂ ਅਵੇਅਰਨੈਸ ਫੈਲਾ ਰਹੇ ਹਾਂ ਕਿ ਕਾਂਗਰਸ ਕੀ ਸੀ, ਉਹਨਾਂ ਨੇ ਕੀ ਕੀਤਾ ਤੇ ਹੁਣ ਇਹ ਕੀ ਕਰਦੇ ਪਏ। ਹੁਣ ਕਾਂਗਰਸ ਦੇ ਵਾਸਤੇ ਜਿਹੜਾ ਇੱਕ ਹੋਰ ਬੜਾ ਸੈਟਬੈਕ ਹੁੰਦਾ ਹਮੇਸ਼ਾ ਹੀ ਦੂਜੀਆਂ ਸਾਰੀਆਂ ਸਿਆਸੀ ਧਿਰਾਂ ਵਾਸਤੇ ਕਿ ਕਾਂਗਰਸ ਪਰਿਵਾਰਵਾਦ ਵਿੱਚੋਂ ਬਾਹਰ ਨਹੀਂ ਨਿਕਲ ਪਾ ਰਹੀ। ਇਹ ਜਿਹੜਾ ਹਰੇਕ ਪਾਰਟੀ ਵੱਲੋਂ ਕਿਹਾ ਜਾਂਦਾ, ਇਹਦੇ ਉੱਪਰ ਤੁਹਾਡੀ ਟਿੱਪਣੀ ਕੀ ਹੈ? ਦੇਖੋ, ਮੇਰਾ ਪਰਸਨਲ ਤੁਸੀਂ ਵਿਜ਼ਨ ਪੁੱਛੋਗੇ ਤੇ ਮੈਂ ਕਹੂੰਗੀ ਕਿ ਇੱਕ ਤੇ ਜੋ ਅਗਰ ਬੀਜੇਪੀ ਪਰਿਵਾਰਵਾਦ ਕਹਿੰਦੀ ਹੈ, ਰਾਜਨਾਥ ਸਾਹਿਬ ਦਾ ਵੀ ਪਰਿਵਾਰ ਹੈ, ਗਡਕਰੀ ਸਾਹਿਬ ਦਾ ਵੀ ਪਰਿਵਾਰ ਹੈ, ਮੋਦੀ ਸਾਹਿਬ ਨੂੰ ਛੋੜ ਦਿਓ, ਅਮਿਤ ਸ਼ਾਹ ਦੇ ਪਤਾ ਹੀ ਹੈ ਤੁਹਾਨੂੰ, ਮੁੰਡੇ BCCI ਦੇ ਅਧਿਅਕਸ਼ ਹੈ, ਤੇ ਸਾਰਿਆਂ ਦੇ ਹੀ ਨੀਚੇ ਵਾਲੇ ਸਾਰਿਆਂ ਦੇ ਫੈਮਿਲੀ ਦੇ ਮੈਂਬਰ ਹੈਗੇ, ਲੇਕਿਨ ਪ੍ਰਚਾਰ ਗਾਂਧੀ ਫੈਮਿਲੀ ਦਾ ਹੁੰਦਾ। ਮੈਂ ਕਹੂੰਗੀ ਡਾਕਟਰ ਦਾ ਮੁੰਡਾ ਡਾਕਟਰ ਹੋ ਗਿਆ, ਤੁਹਾਨੂੰ ਆਬਜੈਕਸ਼ਨ ਨਹੀਂ ਹੁੰਦਾ, ਬਸ਼ਰਤੇ ਕਿ ਉਹ ਆਪਰੇਸ਼ਨ ਸਹੀ ਕਰੇ, ਸਰਜਨ ਬੈਸਟ ਹੋਏ, ਲੇਕਿਨ ਉਹ ਇਹ ਨਾ ਹੋਏ ਕਿ ਡਾਕਟਰ ਦਾ ਮੁੰਡਾ ਦਾ ਟੈਗ ਤੁਸੀਂ ਦੋਗੇ, ਕੀ ਸਰਟੀਫਿਕੇਟ ਦੋਗੇ? ਤੇ ਅਗਰ ਪੋਲੀਟੀਸ਼ੀਅਨ ਦਾ ਬੇਟਾ ਪੋਲਿਟਿਕਸ ਕਰਨਾ ਚਾਹੁੰਦਾ ਹੈ, ਸੋਸ਼ਲ ਕੰਮ ਕਰਨਾ ਚਾਹੁੰਦਾ ਹੈ, ਤੇ ਮੈਨੂੰ ਨਹੀਂ ਲੱਗਦਾ ਆਪੱਤੀ ਹੋਣੀ ਚਾਹੀਦੀ। ਆਪੱਤੀ ਤਾਂ ਹੋਣੀ ਚਾਹੀਦੀ ਕਿ ਬੰਦਾ ਨਿਕੰਮਾ ਹੈ, ਉਹਨੂੰ ਪੋਲਿਟਿਕਸ ਦੀ ਜਾਂਚ ਨਹੀਂ ਹੈ, ਉਹ ਗਰੀਬਾਂ ਵਾਸਤੇ ਕੰਮ ਨਹੀਂ ਕਰਨਾ ਚਾਹੁੰਦਾ ਹੈ। ਇਹ ਤੇ ਸਿਰਫ ਲੋਕਾਂ ਨੂੰ ਭੜਕਾਉਣ ਵਾਲੀ ਜਾਂ ਡਾਇਵਰਟ ਕਰਨ ਵਾਲੀ ਗੱਲ ਹੈ। ਤੁਸੀਂ ਕੰਮ ਦੇ ਬਾਰੇ ਵਿੱਚ ਗੱਲ ਕਰੋ ਨਾ, ਡਿਵੈਲਪਮੈਂਟ ਦੇ ਬਾਰੇ ਵਿੱਚ ਗੱਲ ਕਰੋ ਨਾ, ਤੁਸੀਂ ਕੀ ਕਰਦੇ ਪਏ ਹੋ ਤੇ ਆਪਾਂ ਨੇ ਕੀ ਕੀਤਾ, ਕਾਂਗਰਸ ਨੇ ਕੀ ਕੀਤਾ, ਉਹਨਾਂ ਨੇ ਸ਼ਹਾਦਤਾਂ ਵੀ ਦਿੱਤੀਆਂ, ਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਨਹਿਰੂ ਗਾਂਧੀ ਜੀ ਨੇ ਕੰਮ ਅੱਛਾ ਨਹੀਂ ਕੀਤਾ, ਇੰਦਰਾ ਗਾਂਧੀ ਜੀ ਨੇ ਕੰਮ ਅੱਛਾ ਨਹੀਂ ਕੀਤਾ, ਰਾਜੀਵ ਗਾਂਧੀ ਜੀ ਨੇ ਕੰਮ ਅੱਛਾ ਨਹੀਂ ਕੀਤਾ? ਅਗਰ ਕੰਮ ਅੱਛਾ ਕੀਤਾ ਤਾਂ ਉਹਨੂੰ ਕੰਪੇਅਰ ਕਰੋ ਨਾ। ਹੁਣ ਜੇ ਅਸੀਂ ਇੰਡੀਆ ਦੀ ਫੋਰਨ ਪਾਲਿਸੀ ਲਾ ਲਈਏ, ਵਿਦੇਸ਼ ਨੀਤੀ ਲਾ ਲਈਏ, ਵਿਦੇਸ਼ ਨੀਤੀ ਤਾਂ ਲੱਗਦਾ ਕਿਤੇ ਨਾ ਕਿਤੇ ਕਾਫੀ ਕਮਜ਼ੋਰੀਆਂ ਜਗ ਜ਼ਾਹਰ ਹੋ ਰਹੀਆਂ ਨੇ, ਜਿਹਦੇ ਵਿੱਚ ਖਾਸ ਕਰਕੇ ਆਪਣੇ ਜਿੰਨੇ ਵੀ ਗਵਾਂਢੀ ਦੇਸ਼ ਨੇ ਉਹਦੇ ਨਾਲ ਇੱਕ ਇੱਕ ਕਰਕੇ ਰਿਲੇਸ਼ਨ ਜਿਹੜੇ ਆ ਭਾਰਤ ਦੇ ਖਰਾਬ ਹੁੰਦੇ ਜਾ ਰਹੇ ਆ। ਦੂਜੇ ਪਾਸੇ ਗੱਠਜੋੜ ਇੱਕ ਮਜ਼ਬੂਤ ਗੱਠਜੋੜ ਬਣਦਾ ਜਾ ਰਿਹਾ ਜੋ ਭਾਰਤ ਵਾਸਤੇ ਸਾਰੇ ਪਾਸਿਓਂ ਖਤਰਾ ਸਿੱਧ ਹੋ ਸਕਦਾ। ਇਹਨੂੰ ਸਿਚੁਏਸ਼ਨ ਨੂੰ ਕਿਵੇਂ ਦੇਖ ਰਹੇ ਹੋ ਤੇ ਇਹਦੇ ਚੋਂ ਕਿਵੇਂ ਦੇਸ਼ ਬਾਹਰ ਨਿਕਲੇਗਾ? ਇਹ ਸਿਰਫ ਗੁਆਂਢੀ ਮੁਲਕਾਂ ਦੀ ਗੱਲ ਨਹੀਂ, ਦੁਨੀਆ ਦੇ ਹੋਰ ਮੁਲਕਾਂ ਨਾਲ ਵੀ ਭਾਰਤ ਦੇ ਸੰਬੰਧ ਕੁਛ ਇਸ ਤਰ੍ਹਾਂ ਦੇ ਬਣਦੇ ਜਾ ਰਹੇ। ਦੇਖੋ, ਇੱਕ ਤੇ ਮੇਰਾ ਸਭ ਦਾ ਵੱਡਾ ਰੀਜ਼ਨ ਮੈਂ ਕਹੂੰਗੀ ਬੀਜੇਪੀ ਸਰਕਾਰ ਹੈ। ਇਹ ਨਹੀਂ ਕਿ ਆਪਾਂ ਕਾਂਗਰਸ ਵੇਸ ਕਰਕੇ ਬੋਲ ਰਹੇ। ਇੱਕ ਬਹੁਤ ਵੱਡਾ ਮੈਸੇਜ ਚਲਾ ਗਿਆ ਹੈ ਇੰਡੀਆ ਦਾ, ਜੋ ਹਮੇਸ਼ਾ ਸੈਕੂਲਰ ਤਾਕਤ ਬਣ ਕੇ ਰਹਿ ਰਹੀ ਸੀ। ਲੋਕ ਕਹਿਣ ਲੱਗੇ, ਇੰਟਰਨੈਸ਼ਨਲੀ ਕੰਟਰੀਜ਼ ਕਹਿਣ ਲੱਗੀਆਂ ਕਿ ਭਾਈ ਇਹ ਕਾਮਨਲ ਹੁੰਦੇ ਜਾ ਰਹੇ, ਆਪਾਂ ਕਦੀ ਵੀ ਕਾਮਨਲ ਕੰਟਰੀ ਨਹੀਂ ਰਿਹਾ। ਇਹ ਸਾਡੇ ਵਾਸਤੇ ਬਹੁਤ ਜ਼ਿਆਦਾ ਫੀਡਬੈਕ ਹੈ। ਤੇ ਲੋਕੀ ਦੂਸਰੀ ਕੰਟਰੀਆਂ ਕਹਿਣ ਲੱਗੀਆਂ ਨੇ, ਜੋ ਮਜ਼ਬੂਤ ਕੰਟਰੀਆਂ, ਮੈਂ ਨਾਂ ਲੈ ਕੇ ਕੋਈ ਉਹ ਨਹੀਂ ਕਰੂੰਗੀ, ਕਿ ਉਹ ਕਹਿਣ ਲੱਗੀਆਂ ਨੇ ਜੋ ਸਾਡਾ ਬਿਲਕੁਲ ਗਰੁੱਪ ਹੈ ਕਿ ਭਾਈ ਆਪਾਂ ਕਾਮਨਲ ਹੋ ਰਹੇ ਹਾਂ ਤੇ ਅਸੀਂ ਹੁਣ ਉਹ ਨਹੀਂ ਹਾਂ ਜੋ ਹਿੰਦੁਸਤਾਨ ਕਹਿਲਾਂਦਾ ਸੀ। ਦੂਜਾ ਜੋ ਸਾਡੇ ਨੇਬਰ ਕੰਟਰੀਜ਼ ਜਦੋਂ ਸਿਚੁਏਸ਼ਨ ਹੈ, ਬਾਰ-ਬਾਰ ਤੁਸੀਂ ਰਾਹੁਲ ਗਾਂਧੀ ਜੀ ਦਾ ਮਜ਼ਾਕ ਉਡਾ ਲਓ ਜਾਂ ਕੁਝ ਵੀ ਕਹਿ ਲਓ, ਲੇਕਿਨ ਉਹ ਸੱਚ ਬੋਲਦੇ ਪਏ ਨੇ। ਜੋ ਅੱਜ ਗੱਠਜੋੜ ਹੁੰਦਾ ਪਿਆ ਹੈ ਪਾਕਿਸਤਾਨ ਦਾ, ਚਾਈਨਾ ਦਾ, ਜਿਸ ਤਰ੍ਹਾਂ ਉਹਨਾਂ ਨੇ ਕਬਜ਼ਾ ਕੀਤਾ ਹੋਇਆ, ਤੁਸੀਂ ਬਾਰ-ਬਾਰ ਛਿਪਾਉਣ ਦਾ ਕੰਮ ਕਰਦੇ ਪਏ ਹੋ। ਈਵਨ ਨੇਪਾਲ ਦੇ ਨਾਲ ਤੁਹਾਡੇ ਹੁਣ ਫਰੈਂਡਲੀ ਸੰਬੰਧ ਨਹੀਂ ਹੈ, ਤੇ ਤੁਹਾਡੇ ਕੋਲ ਰਹਿ ਕੀ ਗਿਆ? ਤੇ ਨਿਸ਼ਚਿਤ ਤੌਰ ਤੇ ਮੈਂ ਕਹੂੰਗੀ ਕਿ ਇਹਦੀ ਰਿਸਪੌਂਸਿਬਿਲਿਟੀ ਕੌਣ ਲੇਗਾ? ਆਪਾਂ ਪਾਰਲੀਮੈਂਟ ਦੇ ਅੰਦਰ, ਪਾਰਲੀਮੈਂਟ ਦੇ ਬਾਹਰ ਵੀ ਚੀਕ ਕੇ ਕਹਿ ਰਹੇ ਹਾਂ ਕਿ ਭਾਈ ਅਗਰ ਤੁਹਾਨੂੰ ਨਹੀਂ ਸਮਝ ਆ ਰਹੀ ਹੈ ਤੇ ਕੂਟਨੀਤੀ ਹੁੰਦੀ ਹੈ, ਇੰਟਰਨੈਸ਼ਨਲ ਕੂਟਨੀਤੀ ਹੁੰਦੀ ਹੈ, ਨਹੀਂ ਸਮਝ ਆ ਰਹੀ ਹੈ ਤਾਂ ਤੁਸੀਂ ਪੀ ਚਿਦੰਬਰਮ ਸਾਹਿਬ ਕੋਲ ਬੈਠ ਜਾਓ, ਮਨਮੋਹਨ ਸਿੰਘ ਜੀ ਕੋਲ ਬੈਠ ਜਾਓ, ਤੁਸੀਂ ਮੈਡਮ ਸੋਨੀਆ ਜੀ ਕੋਲ ਬੈਠ ਜਾਓ, ਹੋਰ ਵੀ ਜੋ ਜਿਤਨੇ ਕਾਂਗਰਸ ਦੇ ਐਕਸਪੀਰੀਅੰਸ ਬੰਦੇ ਉਹਨਾਂ ਕੋਲ ਬੈਠ ਜਾਓ। ਲੇਕਿਨ ਇਹ ਇੰਡੀਆ ਦੀ ਪਾਲਿਸੀ ਹੈ ਜੋ ਸਾਨੂੰ ਹਮੇਸ਼ਾ ਨਾਲ, ਆਪਾਂ ਅੰਦਰ ਜਿੰਨਾ ਮਰਜ਼ੀ ਲੜੀਏ, ਲੇਕਿਨ ਜੇ ਰਾਜ ਦੀ ਗੱਲ ਆਉਂਦੀ ਹੈ ਤਾਂ ਸਾਡੀ ਪਾਲਿਸੀ ਬਹੁਤ ਮਜ਼ਬੂਤ ਹੋਣੀ ਚਾਹੀਏ। ਉਹ ਸਾਡੀ ਜੋ ਛਾਪ ਹੈ ਨਾ, ਉਹ ਬੀਜੇਪੀ ਤੇ ਆਉਣ ਤੇ ਨਿਸ਼ਚਿਤ ਤੌਰ ਸੇ ਸਾਡਾ ਇੱਕ ਜੋ ਔਰਾ ਬਣਿਆ ਹੋਇਆ ਸੀ ਉਹ ਸਟੇਟਸ ਗਿਰਿਆ ਹੈ, ਤੇ ਲੋਕ ਅਦਰ ਕੰਟਰੀ ਸਾਨੂੰ ਹੁਣ ਉਹ ਸੈਕੂਲਰ ਕੰਟਰੀ ਦੇ ਤੌਰ 'ਤੇ ਨਹੀਂ ਦੇਖ ਰਹੀਆਂ ਨੇ। ਇਹ ਸਾਡੇ ਵਾਸਤੇ ਬਹੁਤ ਜ਼ਿਆਦਾ ਕਹਿ ਸਕਦੇ ਹੋ ਕਿ ਸਾਨੂੰ ਪਿੱਛੇ ਲੈ ਕੇ ਜਾ ਰਿਹਾ। ਹੁਣ ਥੋੜ੍ਹੀ ਦੇਰ ਲਈ ਫਿਰ ਵਾਪਸ ਪੰਜਾਬ ਆਉਂਦੇ ਹਾਂ, ਕਿਉਂਕਿ ਤੁਸੀਂ ਇਸੇ ਮਨਸ਼ਾ ਨਾਲ ਇੱਥੇ ਆਏ ਹੋ। ਚੋਣਾਂ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਹੋਣਾ ਦੀ ਇੱਕ ਇੰਟਰਵਿਊ ਹੁੰਦੀ ਹੈ, ਅਤੇ ਇੰਟਰਵਿਊ ਦੇ ਵਿੱਚ ਖਾਸ ਤੌਰ 'ਤੇ ਜ਼ਿਕਰ ਕੀਤਾ ਜਾਂਦਾ ਸਿੱਖ ਭਾਈਚਾਰੇ ਦਾ, ਗੁਰੂਆਂ ਦਾ, ਪੀਰਾਂ ਦਾ, ਪੈਗੰਬਰਾਂ ਦਾ। ਅਮਿਤ ਸ਼ਾਹ ਹੁਣੀ ਬੋਲਦੇ ਆ ਅਤੇ ਉਹ ਵੀ ਇਸੇ ਚੀਜ਼ ਨੂੰ ਦੁਹਰਾਉਂਦੇ ਆ। ਕੀ ਇਹਦੇ ਪਿੱਛੇ ਮਨਸ਼ਾ ਕੀ ਲੱਗਦੀ ਉਹਨਾਂ ਦੀ ਕਿ ਇਸ ਵਕਤ ਸਿੱਖ ਭਾਈਚਾਰੇ ਨੂੰ ਸਿਰਫ ਟਾਰਗੇਟ ਕੀਤਾ ਜਾ ਰਿਹਾ ਵੋਟਾਂ ਵਾਸਤੇ, ਜਾਂ ਕੁਛ ਵਾਕਈ ਬੀਜੇਪੀ ਇੰਨੀ ਸੈਕੂਲਰ ਹੈ? ਤੁਹਾਨੂੰ ਲੱਗਦਾ PM ਸਾਹਿਬ ਆਏ ਸੀ ਪਿੱਛੇ
ਥੋੜ੍ਹੇ ਦਿਨ ਪਹਿਲਾਂ, ਤੇ ਬੜਾ ਲੰਬਾ ਡਰਾਮਾ ਕ੍ਰੀਏਟ ਹੋਇਆ। ਤੇ ਇੱਕ ਪ੍ਰਧਾਨ ਮੰਤਰੀ ਇੱਕ ਤਰਫ ਕਹਿੰਦਾ ਹੈ ਕਿ ਮੈਂ ਸਰਦਾਰਾਂ ਨੂੰ ਬੜਾ ਇਮੋਸ਼ਨਲੀ ਅਟੈਚਡ ਹਾਂ, ਬੜੀ ਮਜ਼ਬੂਤ ਕੌਮ ਹੈ, ਮੈਂ ਬੜਾ ਕੁਝ ਕਰਨਾ ਚਾਹੁੰਦਾ ਹਾਂ, ਮੇਰੇ ਦਿਲ ਦੇ ਟੁਕੜੇ ਹੈ। ਤੇ ਦੂਜੀ ਤਰਫ ਤੁਸੀਂ ਹੱਥ ਜੋੜ ਕੇ ਕਹਿੰਦੇ ਹੋ ਜੀ ਚੰਨੀ ਸਾਹਿਬ ਮੈਂ ਬਚ ਕੇ ਚਲਾ ਗਿਆ ਪੰਜਾਬ ਤੋਂ। ਤੁਹਾਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦਾ ਡਿਪੈਂਡ ਹੁੰਦੀ ਹੈ ਸੀਐਮ ਦੇ ਸਿਕਿਉਰਿਟੀ ਤੇ, ਜਾਂ ਇੱਕ ਸਟੇਟ ਦੀ ਪੁਲਿਸ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦੇਖੇਗੀ? ਜਾਂ ਤੁਹਾਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦੇ ਰੂਟ 3 ਜਾਂ 4 ਤੈਅ ਹੁੰਦੇ ਨੇ, ਸਾਨੂੰ ਪਤਾ ਹੈ? ਅਗਰ ਇੱਕ ਆਮ ਬੰਦੇ ਨੂੰ, ਅਗਰ ਇੱਕ ਐਮਪੀ ਨੂੰ ਇਹ ਪਤਾ ਹੈ ਕਿ ਪ੍ਰਧਾਨ ਮੰਤਰੀ ਕਿਸੇ ਜਗ੍ਹਾ ਵੀ ਜਾਂਦਾ ਤਾਂ ਉਹਦੇ 3 ਰੂਟ ਤੈਅ ਹੁੰਦੇ ਨੇ, ਏਅਰ ਵਾਲਾ, ਬਾਏ ਰੋਡ ਵਾਲਾ, ਤੇ ਬਾਏ ਰੋਡ ਵੀ ਜੋ ਰੂਟ ਤੈਅ ਹੁੰਦਾ ਓਪਨ ਹੁੰਦਾ, ਉਹਦੇ ਇਲਾਵਾ ਵੀ ਰੂਟ ਹੁੰਦੇ, ਤੇ ਮੈਨੂੰ ਤਾਂ ਲੱਗਦਾ ਉਹਦੇ ਇਲਾਵਾ ਵੀ 5 ਰੂਟ ਹੋਰ ਹੋਣਗੇ ਜੋ ਇਹ ਵੀ ਤੈਅ ਕਰਦੀ ਹੈ। ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਬਹੁਤ ਵੱਡਾ ਡਰਾਮਾ ਹੋਇਆ? ਇੱਕ ਤਰਫ ਤੁਸੀਂ ਕਹਿੰਦੇ ਹੋ ਪੰਜਾਬ ਦੇ ਨਾਲ ਆ, ਮੈਂ ਸਰਦਾਰਾਂ ਦੇ ਨਾਲ ਹੈ, ਤੇ ਦੂਜੇ ਪਾਸੇ 150 ਕਿਸਾਨ ਅੰਦੋਲਨ ਹੀ ਮਰ ਗਿਆ, ਤੁਸੀਂ ਪਾਰਲੀਮੈਂਟ ਖੁੱਲਿਆ ਤੇ ਤੁਸੀਂ ਸ਼ੋਕ ਵੀ ਨਹੀਂ ਵਿਅਕਤ ਕੀਤਾ। ਤੇ ਇਹ ਕਹਿੰਦੇ ਨਾ ਮਗਰਮੱਛੀ ਆਂਸੂ। ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਅੱਛੀ ਤਰ੍ਹਾਂ ਸਮਝਦਾ ਹੈ ਕਿ ਤੁਸੀਂ ਕੀ ਕਰਦੇ ਪਏ ਹੋ ਤੇ ਕੀ ਕਰਨਾ ਚਾਹੁੰਦੇ ਹੋ। ਇਹ ਗੁਰੂ ਤੇਗ ਬਹਾਦਰ ਦੇ ਗੁਰਪੁਰਬ ਵਿੱਚ ਮੱਥਾ ਟੇਕਾਣਾ, ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਵੀ ਬੰਗਲਾ ਸਾਹਿਬ ਪਹੁੰਚ ਜਾਣਾ, ਰਕਾਬਗੰਜ ਸਾਹਿਬ ਪਹੁੰਚ ਜਾਣਾ, ਆਪਾਂ ਅੱਛੀ ਤਰ੍ਹਾਂ ਜਾਣਦੇ ਹਾਂ। ਤੇ ਜਿਸ ਤਰ੍ਹਾਂ ਆਪਾਂ ਨਹੀਂ ਭੁੱਲੇ ਹਾਂ ਕਿ ਜਦ ਆਪਾਂ ਅੰਦੋਲਨ ਹੀ ਬੈਠੇ ਤੁਸੀਂ ਉਹਨਾਂ ਨੂੰ ਖਾਲਿਸਤਾਨੀ ਵੀ ਕਿਹਾ, ਉਹਨਾਂ ਨੂੰ ਆਤੰਕਵਾਦੀ ਵੀ ਕਿਹਾ। 26 ਜਨਵਰੀ ਨੂੰ ਮੈਂ ਤੇ ਕਹੂੰਗੀ ਕਿ ਇਹ ਬਿਲਕੁਲ ਪਲੈਨਿੰਗ ਸੀ ਬਦਨਾਮ ਕਰਨ ਦੀ, ਪਰ ਤੁਹਾਡੀ ਪਲੈਨਿੰਗ ਚਲੀ ਨਹੀਂ। ਤੇ ਹੁਣ ਤੁਸੀਂ ਆਪਣਾ ਇਮੋਸ਼ਨਲ ਕਾਰਡ ਖੇਲ ਰਹੇ ਸੀ ਕਿ ਭਾਈ ਪ੍ਰਧਾਨ ਮੰਤਰੀ ਹੈ ਤੇ ਪ੍ਰਧਾਨ ਮੰਤਰੀ ਨੂੰ ਪੰਜਾਬ ਆ ਕੇ ਜਾਣ ਦਾ ਖਤਰਾ ਸੀ। ਤੇ ਜਦ ਪੰਜਾਬ ਆ ਕੇ ਜਾਣ ਦਾ ਖਤਰਾ ਸੀ ਤੇ ਇੱਕ ਤਰਫ ਤੁਸੀਂ ਕਹੀ ਜਾਂਦੇ ਹੋ ਕਿ ਸਰਦਾਰ ਸਾਡੇ ਨਾਲ ਹੈ, ਤੇ ਉਹਨਾਂ ਕੋਲੋਂ ਹੀ ਪੁੱਛੋ। ਹੁਣ ਭਾਜਪਾ ਵੱਲੋਂ ਇੱਕ 11 ਸੰਕਲਪ ਜਿਹੜੇ ਆ ਉਹ ਦਿੱਤੇ ਗਏ ਪੰਜਾਬ ਵਾਸਤੇ, ਤੁਸੀਂ ਵੀ ਪੜ੍ਹੇ ਹੋਣਗੇ। ਮੈਨੀਫੈਸਟੋ ਜਿਹੜਾ ਉਹਨਾਂ ਨੇ ਕੱਲ੍ਹ ਉਹ ਡਿਟੇਲਡ ਰਿਲੀਜ਼ ਕਰ ਦਿੱਤਾ। ਉਹਦੇ ਵਿੱਚ ਬੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਨੇ। ਭਾਜਪਾ ਇਕੱਲੇ ਤੌਰ 'ਤੇ ਚੋਣ ਲੜ ਰਹੀ ਹੈ ਪੰਜਾਬ ਦੇ ਵਿੱਚ। ਤੁਹਾਨੂੰ ਲੱਗਦਾ ਕਿ ਭਾਜਪਾ ਕਾਮਯਾਬ ਹੋ ਸਕਦੀ ਹੈ ਆਪਣੇ ਇਹਨਾਂ ਸੰਕਲਪਾਂ ਦੇ, ਆਪਣੇ ਇਸ ਮੈਨੀਫੈਸਟੋ ਦੇ ਆਧਾਰ ਦੇ ਉੱਪਰ? ਦੇਖੋ ਹੁਣ 7 ਸਾਲ ਹੋ ਗਏ ਤੇ ਜੋ ਝੂਠ ਇਹਨਾਂ ਨੇ ਫੈਲਾਇਆ ਸੀ, ਤੇ ਹੁਣ ਤੇ ਲੋਕੀ ਮਜ਼ਾਕ ਕਰਦੇ। ਪੰਜਾਬ ਬਹੁਤ ਐਡਵਾਂਸ ਸਟੇਟ ਹੈ, ਤੇ ਲੋਕੀ, ਮੈਂ ਕੱਲ ਹੀ ਪੜ੍ਹਦੀ ਪਈ ਸੀ ਜੋ ਉਹਨਾਂ ਨੇ 11 ਕੀਤੇ, ਤੇ ਮੈਂ ਤੇ ਅਗਰ ਉਹ ਪੇਪਰ ਨਾਲ ਹੁੰਦਾ ਤੇ ਮੈਂ ਨਾਲ ਹੀ ਨਾਲ ਕਹਿੰਦੀ ਕਿ ਭਾਜੀ ਪਹਿਲਾਂ ਤੁਸੀਂ ਸੈਂਟਰ ਸੰਭਾਲ ਲਓ, ਉੱਥੇ ਨੌਕਰੀਆਂ ਦੇ ਲਓ। ਕਿਸੇ ਇੱਕ ਸਟੇਟ ਵੀ ਤੁਹਾਡੇ ਮੱਧ ਪ੍ਰਦੇਸ਼ ਗੌਰਮੈਂਟ ਹੈ, ਉਹਦਾ ਐਗਜ਼ਾਮਪਲ ਦੇ ਲਓ, ਯੂਪੀ ਦਾ ਐਗਜ਼ਾਮਪਲ ਦੇ ਲਓ। ਉੱਥੇ ਮੈਂ ਤੁਹਾਨੂੰ ਇੱਕ ਛੋਟਾ ਐਗਜ਼ਾਮਪਲ ਦੇਤੀ ਹਾਂ ਕਿ यूपी स्टेट भी इन्होंने अनाउंसमेंट की थी सरकार आने तो पहला कि 70 रुपए किलो घ्यो देंगे, तो आज 70 रुपए किलो घ्यो कितने चला गया। तो तुसी सेंट्रल विच दोबारा प्रधानमंत्री बन के सेंट्रल नाल तुसी यूपी भी चला रहे हो, बिहार भी चला रहे हो, सारी 19 स्टेट भी तुसी हो, तो उन्होंने तुसी चला नहीं पाए। एक्साइज ड्यूटी तुसी पेट्रोल डीजल की घट नहीं कर पाए, तुसी जो MSME बंद हो रहे हैं उन्होंने तुसी ठीक नहीं कर पाए, नौकरियां तुसी दे नहीं पाए, तो पंजाब नूं किस तरह संभालोगे? किस बिहाव विच या किस मॉडल के तहत, एग्जाम्पल के तहत तुसी पंजाब नूं कह रहे हो कि आपां ये घोषणा कर रहे हैं, जो मैनीफेस्टो है उन्होंने पूरा करांगे, कि लोग समझ नहीं रहे। मैं तुहानूं पुछदी हां, तुहानूं 2000 का नोट ATM तो मिलता है? तो लोग की जानते ने नहीं मिलिया, सानू भी नहीं मिलिया। एक तरफ तुसी नोटबंदी की कि पंजाब समझ नहीं रहा है, जो GST लगाई है लोग की समझ नहीं रहे। तो मैनू लगता है कि ए मैनीफेस्टो ਹੁਣ ਲੋਕੀ ਸਮਝ ਚੁੱਕੇ ਨੇ ਕਿ ਇਹ ਲੋਕੀ ਕਹਿੰਦੇ ਨਾ 100 ਵਿੱਚੋਂ 90% ਝੂਠ ਬੋਲਦਾ ਬੰਦਾ, ਇਹ 100 ਵਿੱਚੋਂ 200% ਝੂਠ ਬੋਲਣ ਵਾਲੇ ਬੰਦੇ। ਤੁਸੀਂ ਆਖਿਆ ਕਿ ਉਹ ਸੰਭਾਲ ਨਹੀਂ ਪਾ ਰਹੇ ਬਾਕੀ ਸਟੇਟਸ ਨੂੰ ਜਾਂ ਸੈਂਟਰ ਨੂੰ। ਇੱਕ ਹੋਰ ਪਾਰਟੀ ਜਿਹੜੀ ਹੈ ਉਹ ਪੰਜਾਬ ਨੂੰ ਸੰਭਾਲਣ ਦੀ ਪੂਰੀ ਤਿਆਰੀ ਖਿੱਚੀ ਬੈਠੀ ਹੈ। ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤੇ ਉਹਨਾਂ ਦਾ ਤੁਹਾਨੂੰ ਕਿਵੇਂ ਲੱਗਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ ਤੁਹਾਡਾ, ਭਾਜਪਾ ਨਾਲ ਹੈ ਜਾਂ ਅਕਾਲੀ ਦਲ ਨਾਲ ਹੈ? ਆਮ ਆਦਮੀ ਦਾ ਮੁਕਾਬਲਾ ਆਮ ਆਦਮੀ ਉਹਨਾਂ ਦੇ ਨਾਲ ਹੈ, ਉਹਨਾਂ ਦੇ ਦਿੱਲੀ ਮਾਡਲ ਦੇ ਨਾਲ ਹੈ। ਉਹ ਦਿੱਲੀ ਮਾਡਲ ਲੈ ਕੇ ਇੱਥੇ ਆਏ ਆ, ਆਪਾਂ ਵੀ ਦਿੱਲੀ ਰਹਿੰਦੇ ਹਾਂ। ਉਹਨਾਂ ਨੇ ਮੁਹੱਲਾ ਕਲੀਨਿਕ ਦਾ ਪ੍ਰਚਾਰ ਕੀਤਾ, ਐਜੂਕੇਸ਼ਨ ਗਵਰਨਮੈਂਟ ਸਕੂਲ ਦਾ ਪ੍ਰਚਾਰ ਕੀਤਾ, CCTV ਕੈਮਰੇ ਦਾ ਪ੍ਰਚਾਰ ਕੀਤਾ, ਇਨਫਰਾਸਟ੍ਰਕਚਰ ਦਾ ਪ੍ਰਚਾਰ ਕੀਤਾ, ਵੂਮਨ ਸੇਫਟੀ ਦਾ ਪ੍ਰਚਾਰ ਕੀਤਾ। मैं ਤੁਹਾਨੂੰ अगर डाटा देवां, कहने जी महिला सुरक्षा के लिए
ਅੱਜ ਰੇਪ 200% ਵੱਧ ਗਏ ਨੇ ਉਹਨਾਂ ਦੇ। ਮੈਂ ਪੂਰਾ ਡਾਟਾ ਉਹਨੇ ਲੈ ਕੇ ਨਹੀਂ ਆਈ, ਡੇਟ ਵਾਈਜ਼ ਦੱਸ ਦਿੰਦੀ। 8 ਲੱਖ ਨੌਕਰੀਆਂ ਦੀ ਗੱਲ ਕੀਤੀ ਉਹਨੇ। 16 17 ਤੇ 20 ਵਿੱਚ ਮਿਲਾ ਕੇ ਇੱਕ ਵਾਰੀ 68, ਇੱਕ ਵਾਰੀ 102, ਇੱਕ ਵਾਰੀ 59 ਕਰਕੇ ਉਹਨਾਂ ਨੇ ਨੌਕਰੀਆਂ ਦਿੱਤੀਆਂ ਨੇ। ਫਿਰ ਉਹਨਾਂ ਨੇ ਕਿਹਾ 2 ਲੱਖ ਜੋ ਸਰਕਾਰੀ ਰਿਕਤੀਆਂ ਨੇ ਉਹਨੂੰ ਭਰਾਂਗੇ, ਅੱਜ ਤੱਕ ਇੱਕ ਵੀ ਨਹੀਂ ਭਰੀ ਹੈ। ਮੁਹੱਲਾ ਕਲੀਨਿਕ ਦੀ ਗੱਲ ਕਰਦੇ ਹੋ, ਜਦ ਸ਼ੀਲਾ ਦੀਕਸ਼ਿਤ ਜੀ ਸਨ ਆਪਾਂ ਨੇ 160 ਡਿਸਪੈਂਸਰੀ ਤੋਂ 600 ਡਿਸਪੈਂਸਰੀ ਲੈ ਗਏ। ਇਹਨਾਂ ਨੇ ਮੁਹੱਲਾ ਕਲੀਨਿਕ ਦੇ ਨਾਂ ਤੇ ਡਿਸਪੈਂਸਰੀਆਂ ਬੰਦ ਕਰਾਈਆਂ। ਹੁਣ ਉਹ ਕਹਿੰਦੇ ਨੇ ਕਦੀ 150 ਡਿਸਪੈਂਸਰੀ ਹੈ, ਕਦੀ ਕਹਿੰਦੇ ਨੇ 450 ਮੁਹੱਲਾ ਕਲੀਨਿਕ ਹੈ। ਮੈਂ ਉਹ ਵੀ ਮੰਨ ਲੈਂਦੀ ਹਾਂ, ਪਰ ਜਾ ਕੇ ਦੇਖੋ ਅਗਰ ਜਾਂਚ ਹੋ ਜਾਏ CBI ਦੀ, ਤੁਸੀਂ ਡਾਕਟਰ ਹੋ ਲੇਕਿਨ ਆਪ ਦੇ ਨਾਲ ਹੋ, ਤੁਹਾਨੂੰ ਉੱਥੇ ਡਾਕਟਰ ਨਿਯੁਕਤ ਕਰ ਦਿੱਤਾ ਗਿਆ, ਇੱਕ ਪੇਸ਼ੈਂਟ ਵੀ ਨਹੀਂ ਆਇਆ ਲੇਕਿਨ ਤੁਹਾਨੂੰ ਰਾਤੀ ਪੇਮੈਂਟ ਮਿਲ ਜਾਊਗੀ। ਉਹ ਆਪਣੇ ਸੰਗਠਨ ਨੂੰ ਵਧਾ ਰਹੇ। ਸਕੂਲਾਂ ਦੀ ਗੱਲ ਕਰਦੇ ਜੀ, ਆਪਾਂ 1000 ਸਕੂਲ ਬਣਾਉਣੇ ਸੀ, ਪੁੱਛੋ ਕਿੰਨੇ ਕੁ ਬਣਾਏ ਹੈ? 25 ਸਕੂਲ ਬਣਾਏ ਹੈ। ਸਾਡੀ ਗਵਰਨਮੈਂਟ से ਅਸੀਂ 125 ਸਕੂਲ ਨਾਲ ਸਰਕਾਰੀ ਬਣਾਏ। ਤਾਂ ਉਹਨਾਂ ਨੂੰ ਪੁੱਛੋ ਪ੍ਰਿੰਸੀਪਲ ਹੈ? ਅੱਧੇ ਸਕੂਲਾਂ ਵਿੱਚ ਪ੍ਰਿੰਸੀਪਲ ਨਹੀਂ ਹੈ। ਕੌਣ ਹੈ? ਉਹਨਾਂ ਦਾ ਜੋ ਆਰਗੇਨਾਈਜੇਸ਼ਨ ਹੈ ਉਹਦਾ ਇੱਕ ਬੰਦਾ ਨਿਯੁਕਤ ਕੀਤਾ ਹੋਇਆ, ਤੇ ਉਹ ਸਾਰੇ ਟੀਚਿੰਗ ਸਟਾਫ ਤੇ ਨਾਨ ਟੀਚਿੰਗ ਸਟਾਫਾਂ ਨੂੰ ਪੈਸੇ ਵੰਡਦਾ ਹੈ। ਉੱਥੇ ਵੀ ਤੁਸੀਂ ਆਪਣੀ ਗੇਮ ਖੇਲ ਰਹੇ ਹੋ। ਆਪਾਂ ਜਦ ਦਿੱਲੀ ਆਏ ਸੀ ਤੇ 18 ਹਸਪੀਟਲ ਸੀ ਬਣਵਾਏ, ਤੇ ਸ਼ੀਲਾ ਦੀਕਸ਼ਿਤ ਨੇ ਉਹਨੂੰ 37 ਹਸਪੀਟਲ ਕਰਾਏ। ਅੱਜ ਪੂਰੇ ਦੇਸ਼ ਦੇ ਲੋਕੀ, ਮੈਂ ਬਿਹਾਰ ਤੋਂ ਬਿਲੋਂਗ ਕਰਦੀ ਹਾਂ, ਜੋ ਮੇਰੀ ਕੰਸਟੀਚੁਐਂਸੀ ਹੈ, ਬਿਹਾਰ UP ਦੇ ਬੰਦੇ ਤੇ ਆਉਂਦੇ ਇਲਾਜ ਕਰਾਉਣ। ਉਹਨੂੰ ਪੁੱਛੋ ਕਿ ਤੁਸੀਂ ਆਪਣੇ CM ਕਾਲ ਵੀ ਕੋਈ ਇੱਕ ਨਵਾਂ ਹਸਪੀਟਲ ਬਣਾਇਆ? 4000 ਬੈੱਡ ਸੀ ਜਦ ਸ਼ੀਲਾ ਦੀਕਸ਼ਿਤ ਆਈ, ਤੇ ਆਪਾਂ ਉਹਨੂੰ ਲੈ ਕੇ 11000 ਬੈੱਡ ਤੇ। ਇਹ ਚੀਖਾਂ ਮਾਰ ਮਾਰ ਕੇ ਕਹੀ ਜਾਂਦਾ, ਬੋਲੋ ਬੈੱਡ ਕਿੰਨੇ ਵਧਾਏ? 1000 ਬੈੱਡ ਵਧਿਆ ਹੈ। ਤੇ ਜੋ 2 ਸਾਲ ਕੋਵਿਡ ਰਿਹਾ, ਜੋ ਡੈਲਟਾ ਆਇਆ, ਸਾਰੇ ਪੁਲ ਤੇ ਖੁੱਲ ਗਏ। 80 ਹਜ਼ਾਰ ਰੁਪਏ ਤੁਸੀਂ ਆਕਸੀਜਨ ਸਿਲੰਡਰ ਦਿੰਦੇ ਪਏ ਸੀ, ਇੱਕ ਤੁਹਾਡਾ ਬੈੱਡ ਨਹੀਂ ਮਿਲਦਾ ਪਿਆ ਸੀ। ਇਹ ਕੌਣ ਸਾ ਮਾਡਲ है? CCTV कैमरे की गल करते हो जी, महिलाएं सुरक्षित नहीं है जी दिल्ली में, तो मैं DTC बसों में CCTV कैमरे लगा रहे हैं। पूछो, सरकारी रिपोर्ट है 25 DTC बसों ਤੇ सिर्फ कैमरे लगे, बाकी कितने चले गए? ਤੇ ਬਾਕੀ ਜੋ ਸਟਰੀਟ ਵਿੱਚ ਕੈਮਰੇ ਲੱਗੇ ਹੈ ਉਹ ਤੁਹਾਡੇ ਘਰ ਦੇ ਨਾਲ ਤਾਰ ਜੋੜ ਕੇ ਤੁਹਾਡਾ ਬਿੱਲ ਉਠਾ ਰਹੇ। ਇੱਕ ਤਰਫ ਤੁਸੀਂ 200 ਯੂਨਿਟ ਕਹਿੰਦੇ ਹੋ ਫ੍ਰੀ ਕੀਤੀ ਹੋਈ ਹੈ। ਮੈਂ ਤੁਹਾਨੂੰ ਨਾ ਦੱਸ ਸਕਦੀ ਹਾਂ, ਉਹ ਬੰਦੇ ਜਾ ਕੇ ਲੜੇ ਤੇ ਕਹਿੰਦੇ ਜੀ ਗਲਤੀ ਹੋ गई जी, आपका 1000 रुपये का बिल उठ गया जी, अच्छा जी अगली बार नहीं लेंगे जी। ਇਹ ਤੇ ਆਪਾਂ ਉਹਨਾਂ ਦਾ ਨਾਂ ਰੱਖਿਆ ਇਸ਼ਤਿਹਾਰਾਂ ਤੇ ਠੇਕੇਦਾਰਾਂ ਦੀ ਪਾਰਟੀ ਹੈ, ਤੇ ਉਹ ਮਾਡਲ ਲੈ ਕੇ ਆਣਗੇ। ਨਸ਼ੇ ਦੀ ਗੱਲ ਕਰਦੇ ਕਿ ਅੱਛਾ ਨਸ਼ਾ ਮੁਕਤ ਪੰਜਾਬ ਬਣਾਵਾਂਗੇ। ਭਾਜੀ ਤੁਹਾਡਾ CM ਕੌਣ ਹੈ? ਉਹੀ ਭਗਵੰਤ ਮਾਨ ਹੈ। ਮੇਰੇ ਨਾਲ ਪਾਰਲੀਮੈਂਟ ਵਿੱਚ ਬੈਠਦੇ ਸਨ ਤੇ ਆਪਾਂ ਨਾਲ ਨਹੀਂ ਬੈਠ ਸਕਦੇ। ਤੇ ਬੜੀ ਵਾਰੀ ਮੈंने ਕਿਹਾ ਕਿ ਵੀਰ ਜੀ ਤੁਸੀਂ ਭਗਵੰਤ ਮਾਨ ਨਹੀਂ ਹੋ ਪਾਰਲੀਮੈਂਟ ਵਿੱਚ। ਇਹ ਸਭ ਤੋਂ ਉੱਚੀ ਸਦਨ ਹੈ ਸਾਡੇ ਦੇਸ਼ ਦੀ, ਤੇ ਇੱਥੇ ਅਗਰ ਤੁਸੀਂ ਬਦਨਾਮ ਹੋਏ ਤੇ ਕਿਹਾ ਜਾਏਗਾ ਪਾਰਲੀਮੈਂਟੇਰੀਅਨ ਘੁੱਟ ਭਰ ਕੇ ਆਂਦਾ ਹੈ, ਭਗਵੰਤ ਮਾਨ ਨਹੀਂ ਆਂਦਾ ਹੈ। ਉਹ ਬੰਦੇ ਨੂੰ ਤੁਸੀਂ ਕਹਿ ਰਹੇ ਹੋ ਪੰਜਾਬ ਦਾ ਕਲਿਆਣ ਕਰੇਗਾ। ਜੋ ਬੰਦਾ ਮੰਚ ਤੇ ਚੜਦਾ ਤੇ 2 ਵਾਰੀ ਡਿੱਗ ਗਿਆ ਤੇ 4 ਵਾਰੀ ਕਸਮਾਂ ਖਾਂਦਾ ਹੈ, ਤੇ ਕਸਮਾਂ ਕੌਣ ਖਵਾਉਂਦਾ ਹੈ? केजरीवाल, कि जी ये कसम खा रहा है जी आज के बाद ये बोतल को छुएगा नहीं। ऐसे ऐसे बंदे ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦੇ ਤੁਸੀਂ ਪੰਜਾਬ ਨੂੰ ਚਿਹਰੇ ਬਣਾਉਂਦੇ ਪਏ ਹੋ ਤੇ ਸੋਚਦੇ ਪਏ ਹੋ ਕਿ ਪੰਜਾਬ ਤੁਹਾਡਾ ਚਿਹਰਾ ਮੰਨ ਲੂਗਾ। ਤੇ ਇਹ ਬੜੀ ਵੱਡੀ ਸਕੀਮ ਹੈ। ਤੇ ਇੱਕ ਗੱਲ ਹੋਰ ਕਹੂੰਗੀ, BJP ਪਲੱਸ ਆਪ ਪਲੱਸ ਅਕਾਲੀ, ਇਹ ਤਿੰਨੋਂ ਦੇ ਤਿੰਨੋਂ ਮਿਲੇ ਹੋਏ ਨੇ। ਕੋਈ ਆਧਾਰ ਅੱਜ ਤੱਕ ਤੁਸੀਂ ਸੁਣਿਆ ਮੋਦੀ ਸਾਹਿਬ ਕੇਜਰੀਵਾਲ ਇੱਥੇ ਆ ਕੇ ਮੋਦੀ ਨੂੰ ਗਾਲਾਂ ਕੱਢ ਕੇ ਗਿਆ, ਮੋਦੀ ਨੂੰ ਖਿਲਾਫ ਬੋਲ ਕੇ ਗਿਆ, ਜਾਂ BJP ਦੇ ਖਿਲਾਫ ਬੋਲ ਕੇ ਗਿਆ? ਅਕਾਲੀਆਂ ਨੂੰ ਕਦੀ ਸੁਣਿਆ? ਇਹ ਸਾਰੇ ਰਲ ਕੇ ਸਿਰਫ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ। ਤੇ ਅੰਦਰ ਕਰੰਟ ਵਿੱਚ ਲੋਕਾਂ ਨੂੰ ਪਤਾ ਹੈ ਕਿ ਕੇਜਰੀਵਾਲ ਪੰਜਾਬ ਆਂਦਾ ਹੈ ਸੀ ਪੰਜਾਬ ਨੂੰ ਲੁੱਟਣ ਵਾਸਤੇ, ਉਹ ਲੁੱਟ ਕੇ ਜਾਣ ਵਾਸਤੇ ਪੰਜਾਬ ਆ ਰਿਹਾ। ਜੋ ਉਹਨਾਂ ਦੇ ਕੈਂਡੀਡੇਟ ਖੜੇ ਹੈ, ਮੈਂ ਨਾਂ ਨਹੀਂ ਲੂੰਗੀ, ਉਹਨਾਂ ਦਾ ਬੈਕਗਰਾਉਂਡ ਅਗਰ ਤੁਹਾਨੂੰ ਪਤਾ ਹੋਊਗਾ ਤਾਂ ਤੁਹਾਨੂੰ ਸਮਝ ਆਏਗਾ ਕਿਸ ਤਰ੍ਹਾਂ ਦੇ ਬੰਦੇ ਇਹਨਾਂ ਨੇ ਅੱਜ ਪੰਜਾਬ ਵਿੱਚ ਖੜੇ ਕੀਤੇ। ਮੇਰੇ ਪਿਛਲੇ ਸਵਾਲ ਦੇ ਵਿੱਚ ਤੁਸੀਂ ਮਹਿਲਾਵਾਂ ਦੀ ਕਾਫੀ ਗੱਲ ਕੀਤੀ, ਮਹਿਲਾਵਾਂ ਦੀ ਸੁਰੱਖਿਆ ਦੀ ਗੱਲ ਕੀਤੀ। ਮੈਂ ਮਹਿਲਾਵਾਂ ਦੀ ਸਥਿਤੀ ਦੀ ਗੱਲ ਕਰਦਾ ਆਖਿਰ ਦੇ ਵਿੱਚ। ਜਦੋਂ ਕਿਤੇ ਦੇਸ਼ ਵਿੱਚ ਜਾਂ ਵਿਦੇਸ਼ ਵਿੱਚ ਭਾਰਤ ਦੀ ਕੋਈ ਬੇਟੀ ਕੁਝ ਉੱਚੇ ਮੁਕਾਮ ਤੇ ਪਹੁੰਚ ਜਾਂਦੀ ਹੈ ਤੇ ਅਸੀਂ ਸਾਰੇ ਬੜੇ ਗਰਵ ਨਾਲ ਕਹਿਣ ਲੱਗ ਜਾਂਦੇ ਹਾਂ ਭਾਰਤ ਦੀ ਬੇਟੀ, ਭਾਰਤ ਦੀ ਬੇਟੀ। ਪਰ ਉਹ ਬੇਟੀਆਂ ਹੈ ਕਿੰਨੀਆਂ ਨੇ? ਜੇ ਇੱਕ ਪੁਆਇੰਟ ਦੇ ਪਿੱਛੇ ਕਿੰਨੀਆਂ ਜ਼ੀਰੋ ਲਾ ਦਿਓ ਫਿਰ ਉਹ 1% ਵੀ ਨਹੀਂ ਬਣਨੀਆਂ। ਬਾਕੀ ਮਹਿਲਾਵਾਂ ਦੀ ਸਥਿਤੀ ਕਿਉਂ ਨਹੀਂ ਸੁਧਰ ਪਾ ਰਹੀ ਕੁਝ ਚਿਹਰਿਆਂ ਨੂੰ ਛੱਡ ਕੇ? ਅਗਰ ਤੁਸੀਂ ਇਹ ਨॉन ਪੋਲੀਟੀਕਲ ਪੁੱਛਦੇ ਪਏ ਹੋ ਤਾਂ ਫਿਰ ਮੈਂ ਆਪਣੇ ਦਿਲ ਦੀ ਗੱਲ ਕਹੂੰਗੀ। ਫਿਰ ਤੇ ਮੈਂ ਕਹੂੰਗੀ ਕਿ ਦੇਖੋ ਐਜ਼ ਅ ਪੋਲੀਟੀਕਲ ਪਾਰਟੀ ਤੁਸੀਂ ਜਿੰਨਾ ਵੀ ਜ਼ੋਰ ਲਾ ਲਓ,
ਪਰ ਮੈਂ ਬਿਲਕੁਲ ਉਹਦੇ ਫੇਵਰ ਵਿੱਚ ਨਹੀਂ ਆ। ਜਦ ਵਿਮਨ ਰਿਜ਼ਰਵੇਸ਼ਨ ਦੀ ਗੱਲ ਹੋਈ ਸੀ ਤੇ ਮੈਂ ਪਾਰਲੀਮੈਂਟ ਵਿੱਚ ਖੜੀ ਹੋ ਕੇ ਬੋਲੀ ਸੀ ਕਿ ਭਾਈ ਰਿਜ਼ਰਵੇਸ਼ਨ ਦਿਓ, ਜੋ ਆਣਾ ਚਾਹੁੰਦੇ ਨੇ ਗਾँव ਦੇ ਨੇ ਨਹੀਂ ਆ ਪਾ ਰਹੇ। ਲੇਕਿਨ ਮੈਨੂੰ ਕਹੋਗੇ ਪਰਸਨਲੀ ਕਿ ਤੂੰ ਰਿਜ਼ਰਵੇਸ਼ਨ ਵਾਲੀ ਸੀਟ ਤੇ ਲੜ ਕੇ, ਮੈਂ ਨਹੀਂ ਲੜੂੰਗੀ। ਮੈਂ ਜਨਰਲ ਤੇ ਲੜੂੰਗੀ ਤੇ ਮੈਂ ਕੈਪੇਬਲ ਹਾਂ ਕਿ ਇੱਕ ਜੈਂਟਸ ਨਾਲ ਲੜ ਕੇ ਆ ਜਾਊਂ। ਕਿਉਂ? ਕਿਉਂਕਿ ਮੇਰੇ ਘਰ ਵਿੱਚ ਮੈਨੂੰ ਜੋ ਪੈਦਾਇਸ਼ ਦੇ ਬਾਅਦ ਜਿਹਨੂੰ ਜੋ ਅਪਬ੍ਰਿੰਗਿੰਗ ਮਿਲੀ ਹੈ, ਉਹ ਮੇਰੇ ਪੇਰੈਂਟਸ ਨੇ ਡਿਫਰੈਂਸਿਸ ਨਹੀਂ ਕੀਤਾ। ਤੇ ਮੂਲ ਗੱਲ ਇਹ ਹੈ ਕਿ ਸਾਡਾ ਜੋ ਬੇਸਿਕ ਹੈ ਘਰ ਦਾ ਮਾਹੌਲ ਹੈ, ਉਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਕੁੜੀ ਤੇ ਮੁੰਡੇ ਨੂੰ ਕਿਸ ਇੰਟੈਂਸ਼ਨਲ ਨਾਲ, ਕਿਸ ਸੋਚ ਨਾਲ ਪਾਲ ਰਹੇ ਹੋ। ਉਹ ਸੋਚ ਅਗਰ ਆਪਾਂ ਦੀ ਚੇਂਜ ਨਹੀਂ ਹੁੰਦੀ ਹੈ, ਪੰਜਾਬ ਬਹੁਤ ਡਿਵੈਲਪ ਕਰ ਗਿਆ, ਦਿੱਲੀ ਬਹੁਤ ਡਿਵੈਲਪ ਕਰ ਗਿਆ, ਰਾਜਸਥਾਨ ਕਰ ਗਿਆ। ਪਰ ਪੜ੍ਹੇ ਤੋਂ ਪੜ੍ਹੇ ਲਿਖਿਆ ਬੰਦਾ ਆਪਾਂ ਵੇਖਿਆ, ਮੁੰਡਾ ਹੋਏ ਤੇ ਬੜੀ ਖੁਸ਼ੀ ਹੁੰਦੀ ਹੈ, ਚਿਹਰੇ ਵਿੱਚ ਅਲੱਗ ਹੀ ਰੌਣਕ ਹੁੰਦੀ ਹੈ। ਇਹ ਜਦ ਤੱਕ ਚੇਂਜ ਨਹੀਂ ਹੋਏਗੀ ਤਾਂ ਤੱਕ ਮੈਨੂੰ ਨਹੀਂ ਲੱਗਦਾ ਕਿ ਆਪਾਂ ਬੇਸਿਕ ਜੋ ਇੱਕ ਵਿਮਨ ਨੂੰ ਸਟਰੋਂਗ ਕਰਨ ਦਾ ਬੇਸ ਹੈ, ਉਹ ਆਪਾਂ ਮਜ਼ਬੂਤ ਕਰ ਪਾਵਾਂਗੇ। ਆਖਿਰ ਦੇ ਵਿੱਚ ਤੁਸੀਂ ਪੰਜਾਬ ਚੋਣਾਂ ਨੂੰ ਲੈ ਕੇ ਪ੍ਰਾਈਮ ਏਸ਼ੀਆ ਟੀਵੀ ਦੇ ਦਰਸ਼ਕਾਂ ਦੇ ਨਾਲ ਕੋਈ ਆਪਣਾ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ, ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਉਹ ਤੁਸੀਂ ਦੇ ਸਕਦੇ ਹੋ। ਤੇ ਇਲੈਕਸ਼ਨ ਦਾ, ਕਿਉਂਕਿ ਇਲੈਕਸ਼ਨ ਹੈ 20 ਨੂੰ ਵੋਟਾਂ ਪੈਣੀਆਂ ਨੇ, ਤੇ ਮੈਂ ਕਹੂੰਗੀ ਕਿ ਦੇਖੋ ਪਾਰਟੀਆਂ ਤੇ ਬੜੀ ਹਨ, ਅਕਾਲੀ ਹਨ, ਆਪਣੇ ਬੀਜੇਪੀ ਹੈ, ਆਪ ਹੈ, ਕਾਂਗਰਸ ਆਈ, ਸੰਯੁਕਤ ਮੋਰਚਾ ਆਇਆ ਕਿਸਾਨਾਂ ਦਾ, ਸਾਰੇ ਆਪਣੇ ਮੈਨੀਫੈਸਟੋ ਲੈ ਕੇ ਆਉਂਦੇ। ਮੈਨੀਫੈਸਟੋ ਸਾਰਿਆਂ ਦਾ ਅੱਛਾ ਹੁੰਦਾ ਹੈ, ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਐਗਜ਼ਾਮਪਲ ਹੈ ਕਿ ਇਹ ਕੋਈ ਉਹ ਨਹੀਂ ਹੈ ਕਿ ਆਪਾਂ ਸਿਰਫ ਵਿਗਿਆਪਨ ਦੇ ਰਹੇ ਹਾਂ। 55 ਸਾਲ ਕਾਂਗਰਸ ਨੇ ਕੰਮ ਕੀਤਾ, ਕਈ ਸਾਲਾਂ ਵਿੱਚ ਪੰਜਾਬ ਵਿੱਚ ਕਾਂਗਰਸ ਨੇ ਕੰਮ ਕੀਤਾ। ਉਹਨਾਂ ਨੇ ਜੈਨੂਇਨ ਪੋਲਿਸੀ ਤੇ ਕੰਮ ਕੀਤਾ। APL ਤੋਂ ਲੈ ਕੇ BPL ਤੋਂ ਲੈ ਕੇ ਮਿਡਲ ਕਲਾਸ, ਲੋਅਰ ਮਿਡਲ ਕਲਾਸ, ਇਵਨ ਜੋ ਇੰਡਸਟਰੀ ਹੈ, ਕੈਪੀਟਲਿਸਟ ਹੈ, ਸਭ ਨੂੰ ਬਾਇਲੈਂਸ ਦੇ ਨਾਲ ਉਹਨਾਂ ਨੂੰ ਅੱਗੇ ਵਧਾਉਣ ਦੀ ਜੋ ਇੱਕ ਪੋਲਿਸੀ ਇੱਕ ਕੰਟਰੀ ਦੀ ਹੋਣੀ ਚਾਹੀਦੀ, ਇੱਕ ਸਟੇਟ ਨੂੰ ਵਧਾਉਣ ਦੀ ਹੋਣੀ ਚਾਹੀਦੀ, ਉਹ ਕਾਂਗਰਸ ਦੇ ਇਲਾਵਾ ਕਿਸੇ ਕੋਲ ਨਹੀਂ ਹੈ। ਇਹ ਸਭ ਨੂੰ ਨਜ਼ਰ ਆ ਰਿਹਾ ਤੇ ਇਸ ਨੂੰ ਖੇਡ ਨਾ ਬਣਾਓ। ਪੰਜਾਬ ਨੂੰ ਮਜ਼ਾਕ, ਪੰਜਾਬ ਦਾ ਮਜ਼ਾਕ ਨਹੀਂ ਬਣਨਾ ਚਾਹੀਦਾ। ਤੇ ਮੈਨੂੰ ਲੱਗਦਾ ਹੈ ਕਿ ਅਗਰ ਗੰਭੀਰਤਾ ਨਾਲ ਕੋਈ ਪਾਰਟੀ ਪੰਜਾਬ ਨੂੰ ਸੁਧਾਰ ਸਕਦੀ ਹੈ ਤੇ ਤੁਸੀਂ ਕਾਂਗਰਸ ਨੂੰ ਵੋਟ ਕਰੋ। ਇਹ ਸਾਂਝੀ ਰਣਜੀਤ ਰੰਜਨ ਜੋ ਕਿ ਬਿਹਾਰ ਤੋਂ 2 ਵਾਰ ਲੋਕ ਸਭਾ ਚੋਣ ਜਿੱਤ ਕੇ ਉਹ ਆਪਣੇ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਨੇ। ਇਸ ਵਕਤ ਬਤੌਰ ਸਟਾਰ ਪ੍ਰਚਾਰਕ ਕਾਂਗਰਸ ਵੱਲੋਂ ਪੰਜਾਬ ਦੇ ਵਿੱਚ ਨੇ ਤੇ ਉਹਨਾਂ ਨੇ ਸਾਰੇ ਸਵਾਲਾਂ ਦੇ ਜਵਾਬ ਜਿਸ ਤਰ੍ਹਾਂ ਵੀ ਦਿੱਤੇ ਨੇ, ਉਹਦੇ ਬਾਰੇ ਤੁਸੀਂ ਵਿਚਾਰ ਕਰਨਾ ਕਿ ਤੁਸੀਂ ਉਹਨਾਂ ਨਾਲ ਕਿੰਨੇ ਸਹਿਮਤ ਹੋ, ਕਿੰਨੇ ਅਸਹਿਮਤ ਹੋ। ਪ੍ਰਾਈਮ ਏਸ਼ੀਆ ਟੀਵੀ ਕਿਸੇ ਵੀ ਪਾਰਟੀ ਦਾ ਨਾ ਤਾਂ ਸਮਰਥਨ ਕਰਦਾ, ਨਾ ਹੀ ਵਿਰੋਧ। ਅਸੀਂ ਤੁਹਾਡੇ ਤੱਕ ਆਗੂਆਂ ਨੂੰ ਲੈ ਕੇ ਆਉਂਦੇ ਹਾਂ, ਗੱਲਬਾਤ ਕਰਾਉਂਦੇ ਹਾਂ ਤੇ ਫੈਸਲਾ ਤੁਸੀਂ ਕਰਨਾ ਹੁੰਦਾ। ਸਾਡੇ ਵੱਲੋਂ ਇੱਕ ਅਪੀਲ ਹਮੇਸ਼ਾ ਹੁੰਦੀ ਹੈ ਕਿ ਤੁਸੀਂ ਵੋਟ ਜ਼ਰੂਰ ਕਰਿਓ। ਜੇ ਤੁਸੀਂ ਵੋਟ ਨਹੀਂ ਕਰਦੇ ਫਿਰ ਤੁਸੀਂ ਇੱਕ ਅਧਿਕਾਰ ਗਵਾ ਦਿੰਦੇ ਹੋ ਕਿ ਤੁਸੀਂ ਨੁਕਤਾਚੀਨੀ ਫਿਰ ਨਹੀਂ ਕਰ ਸਕਦੇ ਕਿਸੇ ਵੀ ਪਾਰਟੀ ਦੀ, ਕਿਸੇ ਵੀ ਸਰਕਾਰ ਦੀ। ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਮਹਿਮਾਨ ਦੇ ਨਾਲ। ਤਦ ਤੱਕ ਲਈ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।